ਹੈਲੋ, ਸਤਿ ਸ਼੍ਰੀ ਅਕਾਲ ਮੇਰੇ ਸਾਰੇ ਦੋਸਤੋ। ਅੱਜ ਆਪਾਂ ਪੰਜਵਾਂ ਲੈਕਚਰ ਲੈ ਕੇ ਆਏ ਹਾਂ ਇਤਿਹਾਸ ਦਾ। ਅਤੇ ਮੇਰੇ ਸਾਰੇ ਕੈਂਡੀਡੇਟਾਂ ਨੂੰ ਇਹੀ ਬੇਨਤੀ ਹੈ ਕਿ ਟੈਲੀਗ੍ਰਾਮ ਦੇ ਵਿੱਚ ਐਡ ਹੋਣ ਵਾਸਤੇ ਮੈਂ ਜਿਹੜੀ ਆਪਣੀ ਵੀਡੀਓ ਬਣਾਈ ਹੈ ਹੁਣ UNO, ਠੀਕ ਹੈ, UNO ਦੀ ਸੰਸਥਾ ਬਾਰੇ ਸਭ ਕੁਝ ਦੱਸਿਆ। ਉਹਦੇ ਵਿੱਚ ਮੈਂ ਦੱਸਦਾ ਕਿ ਟੈਲੀਗ੍ਰਾਮ ਦੇ ਵਿੱਚ ਕਿਵੇਂ ਐਡ ਹੋਣਾ ਗਾ। ਠੀਕ ਹੈ ਜੀ, ਅੱਜ ਆਪਣਾ ਪੰਜਵਾਂ ਲੈਕਚਰ ਸ਼ੁਰੂ ਹੋਣ ਜਾ ਰਿਹਾ ਅਤੇ ਆਪਣੇ ਥੋੜ੍ਹੇ ਕੁ ਲੈਕਚਰ ਹੋਰ ਲੱਗਣਗੇ ਇਹਦੇ ਹਿਸਟਰੀ ਦੇ। ਇਸ ਤੋਂ ਬਾਅਦ ਆਪਾਂ ਤੁਸੀਂ ਦੱਸੋ ਕਿ ਪੋਲੀਟੀ ਛੇੜੀਏ ਤਾਂ ਜਿਹੜਾ ਆਪਣਾ ਪ੍ਰਾਚੀਨ ਇਤਿਹਾਸ ਆ ਉਹ ਛੇੜੀਏ। ਉਹ ਤੁਸੀਂ ਮੈਨੂੰ ਦੱਸ ਦਿਓ ਕਮੈਂਟਾਂ ਦੇ ਵਿੱਚ। ਇਹਦੇ ਹਜੇ ਲੱਗਣਗੇ 7-8 ਲੈਕਚਰ ਲੱਗ ਸਕਦੇ ਹਜੇ ਇਹਦੇ। ਅਤੇ ਬਸ ਤੁਹਾਨੂੰ ਇੰਨੀ ਮੈਂ ਗਰੰਟੀ ਦਿੰਦਾ ਕਿ ਪੇਪਰ ਆਉਣ ਦੇ ਚਾਂਸ ਦੇ ਵਿੱਚੋਂ ਕਿ ਬਾਹਰੋਂ ਪੇਪਰ ਨਹੀਂ ਆਊਗਾ। ਜੇ ਤੁਸੀਂ ਚੰਗੀ ਤਰ੍ਹਾਂ ਡਿਟੇਲ ਵੀ ਯਾਦ ਕਰੋਗੇ, ਜਿਹੜੀ ਮੈਂ ਨਾਲ ਐਕਸਟਰਾ ਡਿਟੇਲ ਦੱਸਦਾ ਨਾ, ਉਹ ਵੀ ਤੁਹਾਡੇ ਚੰਗੀ ਤਰ੍ਹਾਂ ਯਾਦ ਹੋਣੀ ਚਾਹੀਦੀ ਹੈ। ਠੀਕ ਹੈ ਜੀ, ਹੁਣ ਆਪਾਂ ਕਰਦੇ ਹਾਂ ਇਤਿਹਾਸ ਦੀ ਗੱਲ, ਸੈੱਟ ਨੰਬਰ 5। ਅਤੇ PDF ਤੁਹਾਨੂੰ ਕੱਲ੍ਹ ਨੂੰ ਮੈਂ ਸਾਰਿਆਂ ਦੇ ਇਕੱਠੇ ਸੈਂਡ ਕਰ ਦੂੰਗਾ। ਠੀਕ ਹੈ ਜੀ। ਅਤੇ ਦੇਖੋ, ਕਿਸੇ ਗਵਰਨਰ ਜਨਰਲ ਨੇ ਸਤੀ ਪ੍ਰਥਾ ਦਾ ਖਾਤਮਾ ਕੀਤਾ ਸੀ ਜਾਂ ਖਤਮ ਕੀਤੀ ਸੀ। ਪਿਛਲੀ ਵਾਰ ਆਪਾਂ ਕਰਕੇ ਗਏ ਸੀ, ਅੱਧੇ ਬੱਚਿਆਂ ਨੂੰ ਉਹਦੇ 'ਚ ਇਹ ਪ੍ਰੋਬਲਮ ਹੋ ਗਈ ਕਿ ਸਰ ਰਾਜਾ ਰਾਮ ਮੋਹਨ ਰਾਏ ਨੇ ਸਤੀ ਪ੍ਰਥਾ ਖਤਮ ਕੀਤੀ ਸੀ ਕਿ ਵਿਲੀਅਮ ਬੈਂਟਿੰਗ ਨੇ ਕੀਤੀ ਸੀ। ਦੇਖੋ ਜੀ, ਜਿਹੜੀ ਇਹ ਸਤੀ ਪ੍ਰਥਾ ਖਤਮ ਕੀਤੀ ਸੀ ਇਹਦਾ ਅਧਿਕਾਰ ਤਾਂ ਹੈਗਾ ਸੀ ਆਪਣੇ ਕੋਲੇ ਲਾਰਡ ਵਿਲੀਅਮ ਬੈਂਟਿੰਗ ਕੋਲੇ, ਅਤੇ ਸਤੀ ਪ੍ਰਥਾ ਖਤਮ ਵੀ ਇਹਨੇ ਕੀਤੀ ਸੀ। ਜੇ ਉਹ ਐਂ ਪੁੱਛਣਾ ਕਿ ਕਿਹੜੇ ਭਾਰਤੀ ਸੀ ਜਿਹਨੇ ਨਾਲ ਇਹਨਾਂ ਦੀ ਸਪੋਰਟ ਕੀਤੀ ਸੀ ਕਿ ਇਹ ਸਤੀ ਪ੍ਰਥਾ ਖਤਮ ਕੀਤੀ ਜਾਵੇ, ਤਾਂ ਉਹ ਕੌਣ ਸੀ ਜੀ? ਉਹਨਾਂ ਦੇ ਨਾਲ ਹੈਗੇ ਸੀ ਆਪਣੇ ਰਾਜਾ ਰਾਮ ਮੋਹਨ ਰੋਏ। ਇੱਕ ਬ੍ਰਿਟਿਸ਼, ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ ਕਿ ਰਾਜਾ ਦੀ ਉਪਾਧੀ ਕਿਹਨੇ ਦਿੱਤੀ ਸੀ? ਅਕਬਰ ਦੂਜੇ ਨੇ ਇਹਨਾਂ ਨੂੰ ਰਾਜਾ ਦੀ ਉਪਾਧੀ ਦਿੱਤੀ ਸੀ। ਗੱਲ ਵੀ ਨਹੀਂ ਭੁੱਲਣੀ। ਠੀਕ ਹੈ ਜੀ। ਇਸ ਤੋਂ ਅੱਗੇ ਸਰਦਾਰ ਵੱਲਭ ਭਾਈ ਪਟੇਲ ਨੇ ਕਿਸ ਸੱਤਿਆਗ੍ਰਹਿ ਦੇ ਨੇਤਾ ਸੀ? ਸਰਦਾਰ ਵੱਲਭ ਭਾਈ ਪਟੇਲ ਕਿਹੜੇ ਸੱਤਿਆਗ੍ਰਹਿ ਦੇ ਨੇਤਾ ਸੀ? ਇਹ ਹੈਗੇ ਸੀ ਜੀ ਬਦਰੌਲੀ ਸੱਤਿਆਗ੍ਰਹਿ ਦੇ ਨੇਤਾ। ਹੁਣ ਬਦਰੌਲੀ ਸੱਤਿਆਗ੍ਰਹਿ ਤੋਂ ਨੇ ਇਹਨਾਂ ਦੇ ਜੀਵਨ ਦੇ ਵਿੱਚ 2-3 ਚੇਂਜ ਲਿਆਂਦੇ ਸੀ। ਦੇਖੋ, ਸਭ ਤੋਂ ਪਹਿਲਾਂ ਤਾਂ ਇਹ ਦੇਖੋ ਕਿ ਬਦਰੌਲੀ ਸੱਤਿਆਗ੍ਰਹਿ ਹੋਇਆ ਕਦੋਂ ਸੀ। ਬਦਰੌਲੀ ਸੱਤਿਆਗ੍ਰਹਿ ਹੋਇਆ ਸੀ ਜੀ 1928 ਦੇ ਵਿੱਚ, ਜਦੋਂ ਕਿ ਸਾਈਮਨ ਕਮਿਸ਼ਨ ਵੀ 1928 'ਚ ਆਇਆ ਸੀ ਅਤੇ ਬਦਰੌਲੀ ਸੱਤਿਆਗ੍ਰਹਿ ਵੀ 1928 ਦੇ ਵਿੱਚ ਹੀ ਹੋਇਆ ਸੀ। ਜਿਹੜਾ ਇਹ ਬਦਰੌਲੀ ਸੱਤਿਆਗ੍ਰਹਿ ਸੀ ਇਹਨੂੰ ਲੀਡ ਕੌਣ ਕਰ ਰਹੇ ਸੀ? ਸਰਦਾਰ ਵੱਲਭ ਭਾਈ ਪਟੇਲ। ਅਤੇ ਇਸ ਦੇ ਦੌਰਾਨ, ਇਹ ਅੰਦੋਲਨ ਦੇ ਦੌਰਾਨ ਹੀ ਜਿਹੜੇ ਇੱਥੋਂ ਦੀਆਂ ਔਰਤਾਂ ਸੀ ਉਹਨਾਂ ਨੇ ਇਹਨਾਂ ਨੂੰ ਸਰਦਾਰ ਕਹਿ ਕੇ ਬੁਲਾਇਆ ਸੀ। ਠੀਕ ਹੈ ਜੀ, ਸਰਦਾਰ ਕਹਿ ਕੇ ਬੁਲਾਇਆ ਸੀ। ਪਰ ਅੱਗੇ ਚੱਲ ਕੇ ਗਾਂਧੀ ਜੀ ਨੇ ਇਹਨਾਂ ਨੂੰ ਸਰਦਾਰ ਦੀ ਉਪਾਧੀ ਦਿੱਤੀ ਸੀ। ਠੀਕ ਹੈ ਜੀ, ਸਰਦਾਰ ਦੀ ਉਪਾਧੀ ਗਾਂਧੀ ਜੀ ਨੇ ਦਿੱਤੀ ਸੀ। ਔਰਤ ਨੇ ਇਹਨੂੰ ਕੀ ਕਹਿ ਕੇ ਬੁਲਾਇਆ ਸੀ? ਸਰਦਾਰ। ਠੀਕ ਹੈ ਜੀ। ਅਤੇ ਇਸ ਤੋਂ ਅਗਲਾ ਅਤੇ ਪ੍ਰਧਾਨ ਤੁਹਾਨੂੰ ਪਤਾ ਹੀ ਹੈਗਾ ਕਿਹਨੇ ਸ਼ੁਰੂ ਕੀਤਾ ਸੀ? ਇਹ ਤੁਸੀਂ ਕਮੈਂਟਾਂ ਦੇ ਵਿੱਚ ਦੱਸਿਓ। ਰੌਲਟ ਸੱਤਿਆਗ੍ਰਹਿ ਦਾ ਇਹਦਾ ਵੈਸੇ ਹੀ ਲਿਖਤਾ ਸੀ ਮੈਂ ਨਾਲ। ਸਵਦੇਸ਼ੀ ਅੰਦੋਲਨ ਕਿਦੋਂ ਚੱਲਿਆ ਸੀ? ਠੀਕ ਹੈ ਜੀ। ਇਸ ਤੋਂ ਬਾਅਦ ਜਨਰਲ ਸਾਡਰਸ ਨੂੰ 17 ਦਸੰਬਰ 1927 ਨੂੰ ਕਿਸ ਨੇ ਗੋਲੀਆਂ ਨਾਲ ਮਾਰਿਆ? ਇਹ ਤੁਹਾਨੂੰ ਮੈਂ ਪਹਿਲਾਂ ਵੀ ਦੱਸ ਕੇ ਗਿਆ ਕਿ ਜਿਹੜਾ ਸਾਡਰਸ ਸੀ, ਠੀਕ ਹੈ ਜੀ, ਇਹਨੂੰ ਭਗਤ ਸਿੰਘ ਨੇ ਮਾਰਿਆ ਸੀ। ਭਗਤ ਸਿੰਘ ਨੇ ਕਿਉਂ ਮਾਰਿਆ ਸੀ ਇਹਨੂੰ? ਕਿਉਂਕਿ ਇਹਨੇ ਲਾਲਾ ਲਾਜਪਤ ਰਾਏ ਸੀ ਜਿਹੜਾ, ਜੋ ਸਾਈਮਨ ਕਮਿਸ਼ਨ ਆਇਆ ਸੀ, ਵਾਈਟਮੈਨ ਕਮਿਸ਼ਨ ਆਇਆ ਸੀ, ਉਹਦਾ ਵਿਰੋਧ ਕਰਦਾ ਸੀ ਲਾਲਾ ਲਾਜਪਤ ਰਾਏ ਜੀ। ਤਾਂ ਉਦੋਂ ਇਹਨਾਂ ਨੇ ਕੀ ਕਰਿਆ? ਲਾਠੀਆਂ ਮਰਵਾ ਕੇ ਇਹਨਾਂ ਨੂੰ ਸ਼ਹੀਦ ਕਰਤਾ। ਅਤੇ ਇਸ ਤੋਂ ਬਾਅਦ 17 ਦਸੰਬਰ 1927 ਨੂੰ ਜਿਹੜਾ ਭਗਤ ਸਿੰਘ ਸੀ ਉਹਨੇ ਕੀ ਕਰਿਆ ਸੀ? ਸਾਡਰਸ ਨੂੰ ਮਾਰਤਾ ਸੀ। ਅਤੇ ਸਾਡਰਸ ਨੂੰ, ਜੌਨ ਸਾਡਰਸ ਨੂੰ ਕਿਸ ਨੇ ਮਾਰਿਆ ਸੀ? ਭਗਤ ਸਿੰਘ ਨੇ ਮਾਰਿਆ ਸੀ। ਠੀਕ ਹੈ ਜੀ, 17 ਦਸੰਬਰ 1927 ਨੂੰ। ਆਹ ਉੱਪਰਲਾ ਵੀ ਯਾਦ ਕਰ ਲਓ। ਇਹ ਵੀ ਪ੍ਰਸ਼ਨ ਦੇ ਵਿੱਚ, ਇਹਦਾ ਵੀ ਪ੍ਰਸ਼ਨ ਉੱਤਰ ਬਣ ਸਕਦਾ, ਇੱਕ ਕੁਐਸਚਨ ਇਸ ਤੋਂ ਵੀ ਬਣ ਸਕਦਾ। ਆਹ ਸਭ ਤੋਂ ਜ਼ਿਆਦਾ ਮਹੱਤਵਪੂਰਨ ਨੇ। ਇਹ ਤੁਹਾਨੂੰ ਪਹਿਲਾਂ ਵੀ ਕਰਵਾ ਕੇ ਆਰੀਆ ਸਮਾਜ ਦੀ ਨੀਂਹ ਕਿਹਨੇ ਰੱਖੀ ਸੀ? ਦਿਆਨੰਦ ਨੇ। ਕਿਉਂਕਿ ਜਦੋਂ ਕਿਸੇ ਬੰਦੇ ਨੂੰ ਆਰੀਆ ਨਾਲ ਚਿਰਿਆ ਜਾਊਗਾ ਤਾਂ ਆਪਾਂ ਨੂੰ ਉਹਤੇ ਦਇਆ ਆਊਗੀ। ਠੀਕ ਹੈ, ਟ੍ਰਿਕ ਨਾਲ ਯਾਦ ਕਰ ਲਓ। ਵੇਦ ਸਮਾਜ ਦੀ ਖੋਜ ਕਿਹਨੇ ਕਰੀ ਸੀ? ਵੇਦ ਸਮਾਜ ਦੀ ਖੋਜ ਕਰੀ ਸੀ ਜੀ ਕੇਸਵ ਚੰਦਰ ਸੇਨ। ਕੇਸਵ ਚੰਦਰ ਸੇਨ ਨੇ ਵੇਦ ਸਮਾਜ ਦੀ ਖੋਜ ਕੀਤੀ ਸੀ। ਇਸ ਤੋਂ ਬਾਅਦ ਆ ਗਿਆ ਪ੍ਰਾਰਥਨਾ ਸਮਾਜ। ਦੇਖੋ, ਜਦੋਂ ਵੀ ਆਪਾਂ ਕੋਈ ਪ੍ਰਾਰਥਨਾ ਕਰਦੇ ਹਾਂ ਆਪਾਂ ਪਰਮਾਤਮਾ ਦੇ ਨਾਲ ਆਪਣੀ ਆਤਮਾ ਨੂੰ ਨਹੀਂ ਅਟੈਚ ਕਰਦੇ, ਹੈ ਨਾ? ਤਾਂ ਪ੍ਰਾਰਥਨਾ ਤੋਂ ਆਤਮਾ, ਐ ਟ੍ਰਿਕ ਨਾਲ ਯਾਦ ਕਰ ਲਓ। ਇਸ ਤੋਂ ਬਾਅਦ ਆ ਗਿਆ ਬਰਮਾ ਸਮਾਜ। ਬਰਮਾ ਸਮਾਜ ਦੀ ਕਿਹਨੇ ਕਰੀ ਸੀ? ਰਾਜਾ ਰਾਮ ਮੋਹਨ ਰਾਏ, ਜਿਹਨੇ ਕਿ ਵਿਲੀਅਮ ਬੈਂਟਿੰਗ ਜੀ ਨਾਲ ਮਿਲ ਕੇ 1929 ਦੇ ਵਿੱਚ ਸਤੀ ਪ੍ਰਥਾ ਦਾ ਖਾਤਮਾ ਕੀਤਾ ਸੀ। ਓਕੇ ਜੀ। ਬੰਗਾਲ ਦਾ ਪਹਿਲਾ ਗਵਰਨਰ ਜਨਰਲ ਕੌਣ ਸੀ? ਬੰਗਾਲ ਦਾ ਪਹਿਲਾ ਗਵਰਨਰ ਜਨਰਲ ਉਹ ਹੈਗਾ ਸੀ ਜੀ ਆਪਣਾ ਵਾਰਨ ਹੈਸਟਿੰਗ। ਕਿਉਂਕਿ ਜੋ 1773 ਵਿੱਚ ਇਹਨਾਂ ਨੇ ਰੈਗੂਲੇਟਿੰਗ ਐਕਟ ਪਾਸ ਕਰਤਾ। ਰੈਗੂਲੇਟਿੰਗ ਐਕਟ ਜਿਹੜਾ ਇਹਨਾਂ ਨੇ ਪਾਸ ਕੀਤਾ ਸੀ, ਤਾਂ ਉਹ ਐਕਟ ਦੇ ਅਧੀਨ ਇਹਨਾਂ ਨੇ ਪਹਿਲਾਂ
ਬੰਗਾਲ ਦਾ ਇਕੱਲਾ ਗਵਰਨਰ ਬਣਦਾ ਹੁੰਦਾ ਸੀ। ਬਾਅਦ ਵਿੱਚ ਇਹਨਾਂ ਨੇ ਕੀ ਜੋੜਤਾ, ਬੰਗਾਲ ਦਾ ਗਵਰਨਰ ਜਨਰਲ। ਠੀਕ ਹੈ ਜੀ। ਇਹ 1773 ਦੇ ਐਕਟ ਤੋਂ ਬਾਅਦ ਇਹ ਮਤਲਬ ਰੈਗੂਲੇਟਿੰਗ ਐਕਟ ਸੀ ਜਿਹੜਾ, ਉਹ ਤੋਂ ਬਾਅਦ ਇਹ ਬਾਰਨ ਹੋਸਟਿੰਗ ਪਹਿਲਾਂ ਸੀ ਜਿਹੜਾ ਗਵਰਨਰ ਜਨਰਲ ਬਣਿਆ ਸੀ। ਅਤੇ 1774 ਦੇ ਵਿੱਚ ਆਪਣੀ ਵਾਰ ਪਹਿਲੀ ਵਾਰ ਆਪਣੇ ਉਹ ਲੱਗਿਆ ਸੀ ਸੁਪਰੀਮ ਕੋਰਟ। ਠੀਕ ਹੈ ਜੀ। ਪਹਿਲੀ ਵਾਰ ਸੁਪਰੀਮ ਕੋਰਟ ਬਣਾਇਆ ਸੀ ਆਪਣੇ। ਅਤੇ ਇਹਦਾ ਪਹਿਲਾ ਜੱਜ ਕੌਣ ਸੀ? ਇੰਪੇ। ਉਹ ਵੀ ਰੈਗੂਲਰ ਕਈ ਵਾਰ ਪੁੱਛ ਲੈਂਦੇ ਕਿ ਜਿਹੜਾ ਆਪਣੇ ਸੁਪਰੀਮ ਕੋਰਟ ਬਣਿਆ ਸੀ, ਇਹ ਜਿਹੜਾ ਬਣਿਆ ਸੀ ਸੁਪਰੀਮ ਕੋਰਟ, ਇਹ ਕਿਹੜੇ ਐਕਟ ਦੇ ਅਧੀਨ ਬਣਿਆ ਸੀ? ਇਹ ਬਣਿਆ ਸੀ 1774 ਦੇ ਐਕਟ ਦੇ ਅਧੀਨ, 1773 ਐਕਟ ਦੇ ਅਧੀਨ 1774 ਦੇ ਵਿੱਚ। ਇਹਦਾ ਪਹਿਲਾ ਜੱਜ ਕੌਣ ਸੀ? ਇੰਪੇ। ਇਸ ਤੋਂ ਬਾਅਦ ਪੂਨਾ ਸਮਝੌਤਾ। ਪੂਨਾ ਸਮਝੌਤਾ ਕਦੋਂ ਹੋਇਆ ਸੀ? ਇਹ ਪ੍ਰਸ਼ਨ ਜ਼ਿਆਦਾ ਮਹੱਤਵਪੂਰਨ ਹੈ। 1932 ਦੇ ਵਿੱਚ। ਸਿਮਲਾ ਸਮਝੌਤਾ ਕਦੋਂ ਹੋਇਆ ਸੀ? 1944 ਦੇ ਵਿੱਚ। ਡਾਇਰੈਕਟ ਯਾਦ ਕਰ ਲਓ। ਭਾਰਤ ਛੱਡੋ ਅੰਦੋਲਨ ਕਦੋਂ ਹੋਇਆ ਸੀ? 1942 ਦੇ ਵਿੱਚ। ਕੈਬਨਿਟ ਮਿਸ਼ਨ ਕਦੋਂ ਆਇਆ ਸੀ? 1946 ਦੇ ਵਿੱਚ। ਇਹ ਤੁਸੀਂ ਡਾਇਰੈਕਟ ਯਾਦ ਕਰ ਲਿਓ। ਅਤੇ ਭਾਰਤ ਛੱਡੋ ਅੰਦੋਲਨ ਦੇ ਵਿੱਚ 2 ਨਾਅਰੇ ਦਿੱਤੇ ਸੀ, ਉਹ ਨਾਅਰੇ ਦੱਸ ਦਿਓ ਮੈਨੂੰ ਕਿਹੜੇ ਕਿਹੜੇ ਸੀ। ਇੱਕ ਤਾਂ ਹੈਗਾ ਸੀ ਕਰੋ ਜਾਂ ਮਰੋ, ਇੱਕ ਆਰਾਮ ਹਰਾਮ ਹੈ। ਇਹ ਦਿੱਤਾ ਸੀ ਜਵਾਹਰ ਨਹਿਰੂ ਨੇ, ਇਹ ਦਿੱਤਾ ਸੀ ਆਪਣੇ ਗਾਂਧੀ ਜੀ ਨੇ। ਇਹ ਮੈਂ ਤੁਹਾਨੂੰ ਤਾਂ ਰਿਪੀਟ ਕਰ ਰਿਹਾ ਨਾਲ ਦੇ ਨਾਲ, ਕਿਉਂਕਿ ਇਹਨਾਂ ਗੱਲਾਂ ਮੈਂ ਦੁਬਾਰੇ ਰਿਪੀਟ ਕਰਕੇ ਤੁਹਾਡੇ ਮਾਈਂਡ ਦੇ ਵਿੱਚ ਚੰਗੀ ਤਰ੍ਹਾਂ ਬਹਿ ਜਾਣਗੀਆਂ ਗੱਲਾਂ। ਤਾਂ ਗੱਲਾਂ ਇਹਨਾਂ ਦਾ ਮੇਰਾ ਮਤਲਬ ਆ ਕਿ ਤੁਹਾਨੂੰ ਹਰੇਕ ਪ੍ਰਸ਼ਨ ਦੇ ਨਾਲ ਜਿੱਥੇ ਵੀ ਕੋਈ ਆਉਂਦਾ ਗਾ ਮੈਂ ਨਾਲ ਦੇ ਨਾਲ ਰਿਪੀਟ ਕਰਵਾਵਾਂ। ਇਸ ਤੋਂ ਬਾਅਦ ਗਦਰ ਪਾਰਟੀ ਦਾ ਸੰਸਥਾਪਕ ਕੌਣ ਸੀ? ਸਭ ਤੋਂ ਜ਼ਿਆਦਾ ਮਹੱਤਵਪੂਰਨ ਪ੍ਰਸ਼ਨ ਹੈ ਇਹ, ਅਤੇ ਇਹ ਪ੍ਰਸ਼ਨ ਛੱਡਣ ਦਾ ਕੋਈ ਮਤਲਬ ਨਹੀਂ ਹੈਗਾ। ਦੇਖੋ ਧਿਆਨ ਨਾਲ ਸੁਣੋ। ਇਹ ਜਿਹੜਾ ਗਦਰ ਪਾਰਟੀ ਸੀ ਇਹਦਾ ਸੰਸਥਾਪਕ ਕੌਣ ਸੀ? ਇਹਦਾ ਸੰਸਥਾਪਕ ਹੈਗਾ ਸੀ ਸੋਹਣ ਸਿੰਘ ਭਕਨਾ। ਠੀਕ ਹੈ ਜੀ। ਜਿਹੜੀ ਇਹ ਪਾਰਟੀ ਸੀ ਇਹਦੀ ਸਥਾਪਨਾ ਕਿੱਥੇ ਕੀਤੀ ਗਈ ਸੀ? ਗਦਰ ਪਾਰਟੀ ਦੀ ਸਥਾਪਨਾ 1913 ਦੇ ਵਿੱਚ ਸੈਨ ਫਰਾਂਸਿਸਕੋ ਅਮਰੀਕਾ ਦੇ ਵਿੱਚ। ਸੈਨ ਫਰਾਂਸਿਸਕੋ ਅਮਰੀਕਾ ਦੇ ਵਿੱਚ ਕੀਤੀ ਗਈ ਸੀ। ਲਾਲਾ ਹਰਦਿਆਲ, ਇੱਕ ਤੁਸੀਂ ਨਾਂ ਸੁਣਿਆ ਹੋ ਲਾਲਾ ਹਰਦਿਆਲ ਦਾ। ਕਿਹੜੇ ਪੁੱਛ ਲੈਂਦੇ ਕਿ ਜਿਹੜਾ ਲਾਲਾ ਹਰਦਿਆਲ ਸੀ, ਇਹਦਾ ਪ੍ਰਸ਼ਨ ਆਮ ਹੀ ਆਊਗਾ ਤੁਹਾਨੂੰ, ਪ੍ਰਸ਼ਨ ਦੇ ਪੁੱਛਿਆ ਵੀ ਜਾ ਸਕਦਾ 100%। ਲਾਲਾ ਹਰਦਿਆਲ ਕਿਸ ਪਾਰਟੀ ਦੇ ਨਾਲ ਸੰਬੰਧ ਰੱਖਦੇ ਸੀ? ਉਹ ਵੀ ਗਦਰ ਪਾਰਟੀ ਨਾਲ ਹੀ ਸੰਬੰਧ ਰੱਖਦੇ ਸੀ। ਉਹ ਜਿਹੜੇ ਲੀਡ ਕਰਦੇ ਸੀ ਉਹ ਆਪਣੀ ਇੰਡੀਆ ਦੇ ਵਿੱਚੋਂ ਭਾਰਤ ਦੇ ਵਿੱਚੋਂ ਲੀਡ ਕਰਦੇ ਸੀ। ਠੀਕ ਹੈ ਜੀ। ਅਤੇ ਇਹ ਗੱਲਾਂ ਆਪਣੇ ਮਾਈਂਡ ਦੇ ਵਿੱਚ ਚੰਗੀ ਤਰ੍ਹਾਂ ਬਿਠਾ ਲਓ। ਇਸ ਤੋਂ ਬਾਅਦ ਅਗਲਾ ਆ ਗਿਆ ਆਜ਼ਾਦ ਹਿੰਦ ਫੌਜ ਦੀ ਸਥਾਪਨਾ ਕਿੱਥੇ ਕੀਤੀ ਗਈ? ਜਿਹੜੀ ਆਜ਼ਾਦ ਹਿੰਦ ਫੌਜ ਸੀ ਇਹਦੀ ਸਥਾਪਨਾ ਕੈਪਟਨ ਮੋਹਨ ਸਿੰਘ ਦੇ ਦੁਆਰਾ ਕੀਤੀ ਗਈ ਸੀ। ਕਿੱਥੇ ਕੀਤੀ ਗਈ ਸੀ? ਸਿੰਗਾਪੁਰ ਦੇ ਵਿੱਚ। ਓਕੇ ਜੀ। ਸਭ ਤੋਂ ਪਹਿਲਾਂ ਅੱਧੇ ਬੱਚੇ ਕਹਿਣਗੇ ਸੁਭਾਸ਼ ਚੰਦਰ ਬੋਸ ਨੇ ਆਜ਼ਾਦ ਹਿੰਦ ਫੌਜ ਦੀ ਸਥਾਪਨਾ ਕੀਤੀ ਸੀ। ਠੀਕ ਹੈ ਜੀ। ਉਹਨਾਂ ਨੇ ਸਥਾਪਨਾ ਕੀਤੀ ਸੀ। ਜਿਹੜੀ ਆਜ਼ਾਦ ਹਿੰਦ ਫੌਜ ਦੀ ਸਥਾਪਨਾ ਸੀ ਇਹ ਕੀਤੀ ਗਈ ਸੀ ਸਿੰਗਾਪੁਰ ਦੇ ਵਿੱਚ। ਜਿਹੜੀ ਇਹਦੀ ਸਥਾਪਨਾ ਸੀ ਇਹ ਕੀਤੀ ਸੀ ਕੈਪਟਨ ਮੋਹਨ ਸਿੰਘ ਨੇ। ਕੈਪਟਨ ਮੋਹਨ ਸਿੰਘ ਨੇ ਕੀਤੀ ਸੀ। ਪਰ ਜਿਹੜਾ ਨੇਤਾ ਬਾਅਦ ਵਿੱਚ ਜਿਹੜਾ ਨੇਤਾ ਜੀ ਸੁਭਾਸ਼ ਚੰਦਰ ਬੋਸ ਸੀ ਉਹਨੂੰ ਆਜ਼ਾਦ ਹਿੰਦ ਫੌਜ ਦਾ ਸਰਵਉੱਚ ਕਮਾਂਡਰ ਲਾਤਾ ਸੀ। ਇਹਨਾਂ ਨੇ ਸਰਵਉੱਚ ਕਮਾਂਡਰ ਲਾਤਾ ਸੀ ਆਜ਼ਾਦ ਹਿੰਦ ਫੌਜ ਦਾ। ਜੇ ਪ੍ਰਸ਼ਨ ਦੇ ਵਿੱਚ ਤੁਹਾਨੂੰ ਕੈਪਟਨ ਮੋਹਨ ਸਿੰਘ ਮਿਲਦਾ ਤਾਂ ਟਿਕ ਇਹ 'ਤੇ ਕਰਨੀ ਹੈ। ਜੇ ਕੈਪਟਨ ਮੋਹਨ ਸਿੰਘ ਨਹੀਂ ਹੈਗਾ ਤਾਂ ਉੱਥੇ ਫਿਰ ਤੁਹਾਡਾ ਅਗਲਾ ਜਿਹੜਾ ਨਿਸ਼ਾਨਾ ਹੋਊਗਾ ਪ੍ਰਸ਼ਨ 'ਤੇ ਉੱਤਰ 'ਤੇ ਉਹ ਹੋਊਗਾ ਸੁਭਾਸ਼ ਚੰਦਰ ਬੋਸ। ਠੀਕ ਹੈ ਜੀ। ਆਪਾਂ ਪੜ੍ਹਦੇ ਆ ਰਹੇ ਕਿ ਆਜ਼ਾਦ ਹਿੰਦ ਫੌਜ ਦੀ ਸਥਾਪਨਾ ਕਿਹਨੇ ਕੀਤੀ ਸੀ? ਉਹ ਕੀਤੀ ਸੀ ਸੁਭਾਸ਼ ਚੰਦਰ ਬੋਸ ਨੇ। ਉਹਨਾਂ ਨੇ ਕੀਤੀ ਸੀ ਫਾਰਵਰਡ ਬਲਾਕ ਦੀ ਸਥਾਪਨਾ ਕੀਤੀ ਸੀ ਸੁਭਾਸ਼ ਚੰਦਰ ਬੋਸ ਨੇ। ਉਹਨਾਂ ਨੇ ਕਦੋਂ ਕੀਤੀ ਸੀ? ਜਦੋਂ ਉਹ INC ਸੀ, ਜਿਹੜਾ INC ਇੰਡੀਅਨ ਨੈਸ਼ਨਲ ਕਾਂਗਰਸ ਦੇ ਪ੍ਰਧਾਨ ਦੇ ਪਦ ਤੋਂ ਅਸਤੀਫਾ ਦੇ ਕੇ ਆ ਗਏ ਸੀ 1940 'ਚ। ਹਾਂ, ਇਹ ਤੁਹਾਨੂੰ ਡੇਟ ਲੱਗਦਾ ਉਹ ਤੋਂ ਮੈਂ ਥੋੜ੍ਹੇ ਕਨਫਿਊਜ਼ਨ ਇਹਦੇ ਵਿੱਚ। ਅਤੇ ਜਦੋਂ ਅਸਤੀਫਾ ਦੇ ਕੇ ਆ ਗਏ ਸੀ ਨਾ ਉਹ INC ਦੇ ਪਦ ਤੋਂ, ਇਸ ਤੋਂ ਬਾਅਦ ਉਹਨੇ ਫਾਰਵਰਡ ਬਲਾਕ ਬਣਾਈ ਸੀ। ਜਿਹੜੀ ਆਜ਼ਾਦ ਹਿੰਦ ਫੌਜ ਸੀ ਇਹ ਬਣਾਈ ਸੀ ਆਪਣੇ ਸਰਦਾਰ ਮੋਹਨ ਸਿੰਘ ਨੇ। ਕੈਪਟਨ ਮੋਹਨ ਸਿੰਘ ਨੇ ਬਣਾਈ ਸੀ। ਓਕੇ ਜੀ। ਅਤੇ ਪਹਿਲਾਂ ਤੁਹਾਨੂੰ ਦੱਸ ਕੇ ਗਿਆ ਗਾ ਜਿਹੜਾ ਗਦਰ ਪਾਰਟੀ ਸੰਸਥਾਪਕਾਂ ਸੀ ਇਹ ਹੈਗੀ ਸੋਹਣ ਸਿੰਘ ਭਕਨਾ। ਦੇਖੋ ਇਸ ਤੋਂ ਬਾਅਦ 9ਵਾਂ ਆਪਰੇਸ਼ਨ ਬਹੁਤ ਜ਼ਿਆਦਾ ਮਹੱਤਵਪੂਰਨ ਹੈ। ਮਹਾਤਮਾ ਗਾਂਧੀ ਨੇ ਨਮਕ ਸੱਤਿਆਗ੍ਰਹਿ ਦੀ ਯਾਤਰਾ ਕਿੰਨੇ ਦਿਨਾਂ ਵਿੱਚ ਪੂਰੀ ਕੀਤੀ? ਉਹਨਾਂ ਨੇ ਇਹ ਯਾਤਰਾ 24 ਦਿਨਾਂ ਦੇ ਵਿੱਚ ਪੂਰਾ ਕੀਤੀ ਸੀ। ਕਿੰਨੇ ਦਿਨਾਂ ਦੇ ਵਿੱਚ? 24 ਦਿਨਾਂ ਦੇ ਵਿੱਚ ਪੂਰੀ ਕੀਤੀ ਸੀ। ਇਹ ਯਾਤਰਾ ਉਹਨਾਂ ਨੇ 12 ਮਾਰਚ ਤੋਂ ਸ਼ੁਰੂ ਕੀਤੀ ਸੀ ਅਤੇ 5 ਅਪ੍ਰੈਲ ਨੂੰ ਇਹਨਾਂ ਨੇ ਇਹ ਯਾਤਰਾ ਖਤਮ ਕਰ ਲਈ ਸੀ। ਠੀਕ ਹੈ ਜੀ। ਅਤੇ ਇਹਨੂੰ ਡਾਂਡੀ ਮਾਰਚ ਦੇ ਸੰਬੰਧ ਦੇ ਵਿੱਚ ਇਹਨਾਂ ਨੇ ਯਾਤਰਾ ਕੀਤੀ ਸੀ। ਇਹਨੂੰ ਡਾਂਡੀ ਮਾਰਚ ਵੀ ਕਹਿ ਦਿੰਦੇ, ਤੁਹਾਨੂੰ ਪਤਾ ਹੀ ਹੈਗਾ। ਜਦੋਂ ਇਹ ਮਤਲਬ ਪ੍ਰਸ਼ਨ ਇਹ ਪੁੱਛਿਆ ਜਾਂਦਾ ਕਿ ਜੋ ਨਮਕ ਸੱਤਿਆਗ੍ਰਹਿ ਦੇ ਵਿੱਚ ਉਹਨੇ ਯਾਤਰਾ ਕਰਨੀ ਸੀ ਉਹਨਾਂ ਦੇ ਮਤਲਬ ਸਾਥੀ ਮੌਜੂਦ ਸੀ। ਉਹਨਾਂ ਦੇ ਨਾਲ ਉਹਨਾਂ ਦੇ 78 ਸਾਥੀ ਤੁਰੇ ਸੀ। ਕਿੰਨੇ ਸਾਥੀ ਤੁਰੇ ਸੀ ਜੀ?
78 ਇਹ ਪੋਜੀਸ਼ਨ ਵੀ ਆਉਣ ਦੇ ਫੁੱਲ ਚਾਂਸ ਨੇ। ਤੇ ਆ ਤਾਂ ਭਾਵੇਂ ਤੁਸੀਂ ਸਕਿਪ ਕਰ ਦਿਓ, ਪਰ ਆ 24 ਤੇ 78 ਇਹ ਦੋ ਚੀਜ਼ਾਂ ਬਿਲਕੁਲ ਨਹੀਂ ਭੁੱਲਣੀਆਂ। ਇੱਕ 78 ਹੋ ਗਿਆ, ਇੱਕ 24 ਹੋ ਗਿਆ। ਆਪਾਂ ਨਾ ਤੁਸੀਂ ਨੋਟਾਂ ਦੀ ਫੋਟੋ ਦੇਖਦੇ ਹੋਗੇ, ਗਾਂਧੀ ਤੁਰੇ ਜਾਂਦੇ ਹੁੰਦੇ, ਤੇ ਮਗਰ ਉਹਨਾਂ ਦੇ ਕਾਫੀ ਲੋਕ ਹੁੰਦੇ ਹੈਗੇ ਵੱਡੀ ਗਿਣਤੀ ਦੇ ਵਿੱਚ, ਉਹ ਡਾਂਡੀ ਮਾਰਚ ਦੇ ਦੌਰਾਨ ਹੀ ਤੁਰੇ ਜਾਂਦੇ ਹੁੰਦੇ ਆ। ਨੋਟ ਦੇ ਵਿੱਚ ਫੋਟੋ ਦੇ ਵਿੱਚ ਤੁਸੀਂ ਦੇਖਦੇ ਹੋਗੇ ਗਾਂਧੀ ਜੀ ਅੱਗੇ ਹੁੰਦੇ, ਲੋਕ ਪਿੱਛੇ ਤੁਰੇ ਜਾਂਦੇ, ਉਹ ਡਾਂਡੀ ਯਾਤਰਾ ਦੇ ਦੌਰਾਨ ਹੀ ਉਹਨਾਂ ਨਾਲ ਲੋਕ ਜੁੜੇ ਹੋਏ ਸੀ। ਉਹਦੀ ਫੋਟੋ ਨੋਟ 'ਤੇ ਲੱਗੀ ਹੋਈ ਆ ਉਹ। ਇਸ ਤੋਂ ਬਾਅਦ ਇਸ ਵਿੱਚ ਇਹਨਾਂ ਵਿੱਚੋਂ 1928 ਵਿੱਚ ਸਥਾਪਿਤ ਹਿੰਦੁਸਤਾਨ ਸੋਸ਼ਲਿਸਟ ਰਿਪਬਲਿਕ ਐਸੋਸੀਏਸ਼ਨ, ਠੀਕ ਹੈ ਜੀ, ਹਿੰਦੁਸਤਾਨ ਸੋਸ਼ਲਿਸਟ ਰਿਪਬਲਿਕ ਐਸੋਸੀਏਸ਼ਨ ਦਾ ਅਧਿਕਾਰੀ ਕੌਣ ਸੀ? ਇੱਕ ਤਾਂ HSA, HSA ਦਾ ਇੱਕ ਹੋਰ ਨਾਮ ਵੀ ਹੈਗਾ ਸੀ HSRA। ਬਾਅਦ ਪਹਿਲਾਂ ਤਾਂ ਇਹਦਾ ਨਾਮ ਹੁੰਦਾ ਸੀ HSA ਪੁੱਤ ਬੇਟੇ, ਠੀਕ ਹੈ। HSA ਹੁੰਦਾ ਸੀ, ਬਾਅਦ ਵਿੱਚ ਇਹਨਾਂ ਨਾਲ ਕੀ ਕਰਤਾ ਸੀ ਇਹਨਾਂ ਨੇ SHRA। ਪਹਿਲਾਂ ਇਹਦਾ ਨਾਂ ਕੀ ਹੁੰਦਾ ਸੀ? ਹਿੰਦੁਸਤਾਨ ਸੋਸ਼ਲਿਸਟ ਐਸੋਸੀਏਸ਼ਨ। ਇਸ ਤੋਂ ਬਾਅਦ ਇਹਦਾ ਨਾਮ ਬਦਲ ਕੇ ਕੀ ਰੱਖਤਾ ਸੀ? ਹਿੰਦੁਸਤਾਨ ਸੋਸ਼ਲਿਸਟ ਰਿਪਬਲਿਕ ਐਸੋਸੀਏਸ਼ਨ। ਉਲਝਣਾ ਨਹੀਂ, ਦੋਨੇ ਚੀਜ਼ਾਂ ਸੇਮ ਆ, ਕਈ ਵਾਰੀ ਇਹ ਆ ਸਕਦੀ ਸੀ HSA ਦਾ ਨਾਮ ਬਾਅਦ 'ਚ ਬਦਲ ਕੇ ਕੀ ਰੱਖਤਾ ਸੀ? SHSRA। ਬਸ ਇਕੱਲਾ ਰਿਪਬਲਿਕ ਐਡ ਹੋਇਆ ਸੀ ਇਹਦੇ ਵਿੱਚ। ਹੁਣ ਇਹ ਪੁੱਛਿਆ ਜਾ ਸਕਦਾ, ਇਹ ਪੁੱਛਦਾ ਕਿ ਇਹਦਾ ਅਧਿਕਾਰੀ ਕੌਣ ਸੀ? ਇਹਦਾ ਅਧਿਕਾਰੀ ਹੈਗਾ ਸੀ ਜੀ ਆਪਣਾ ਚੰਦਰ ਸ਼ੇਖਰ ਆਜ਼ਾਦ, ਠੀਕ ਹੈ ਜੀ, ਚੰਦਰ ਸ਼ੇਖਰ ਆਜ਼ਾਦ। ਅਤੇ ਇਹਦੇ ਵਿੱਚ ਜੇ ਕਿਸੇ ਨੂੰ ਵੀ ਕਿਸੇ ਵੀ ਸਵਾਲ ਦੇ ਵਿੱਚ ਕੋਈ ਵੀ ਪ੍ਰੋਬਲਮ ਆਉਂਦੀ ਹੁੰਦੀ ਨਾ, ਤੁਸੀਂ ਬੇਫਿਕਰ ਹੋ ਕੇ ਮੈਨੂੰ ਪੁੱਛ ਲਿਆ ਕਰੋ, ਠੀਕ ਹੈ ਜੀ। ਉਹਦੇ ਟੈਲੀਗ੍ਰਾਮ 'ਤੇ ਮੈਸੇਜ ਕਰ ਲਿਆ ਕਰੋ ਜੇ ਫਿਰ ਵੀ ਕਿਸੇ ਨੂੰ ਕੋਈ ਪ੍ਰੋਬਲਮ ਆਉਂਦੀ ਹੈ। ਜਿਹੜਾ ਇਸ ਤੋਂ ਬਾਅਦ ਆ ਗਿਆ ਆਪਣਾ ਅਗਲਾ, ਹਾਂ ਇੱਕ ਪ੍ਰਸ਼ਨ ਹੋਰ ਬਣਦਾ ਹੁੰਦਾ ਕਿਉਂਕਿ ਹਾਂ ਹੁਣ ਆਹ ਵੀ ਯਾਦ ਰੱਖਣਾ, 1928 ਦੇ ਵਿੱਚ ਇਹਦੀ ਸਥਾਪਨਾ ਹੋਈ ਸੀ। ਕਦੋਂ ਸਥਾਪਨਾ ਹੋਈ ਸੀ ਜੀ? 1928 ਦੇ ਵਿੱਚ। ਗਾਂਧੀ ਜੀ 9 ਜਨਵਰੀ 1915 ਨੂੰ ਕਦੋਂ ਕਿੱਥੋਂ ਭਾਰਤ ਆਏ ਸੀ? ਦੇਖੋ ਗਾਂਧੀ ਜੀ 9 ਜਨਵਰੀ ਨੂੰ, ਆਪਾਂ ਇੱਕ ਪੜ੍ਹਦੇ ਨਹੀਂ ਹੁੰਦੇ ਪ੍ਰਵਾਸੀ ਡੇ ਦਿਵਸ। ਪ੍ਰਵਾਸੀ ਡੇ ਕਦੋਂ ਮਨਾਉਂਦੇ ਆਪਾਂ? ਪ੍ਰਵਾਸੀ ਡੇ ਦਿਵਸ ਮਨਾਉਣੇ ਹੁੰਦੇ ਆ। ਉਹ ਜਿੱਦੇ ਗਾਂਧੀ ਜੀ ਆਏ ਸੀ 9 ਜਨਵਰੀ ਨੂੰ, ਠੀਕ ਹੈ ਜੀ, ਉਸ ਦਿਨ ਆਪਾਂ ਮਨਾਉਣੇ ਹੈਗੇ। ਉਸ ਦਿਨ ਕਿੱਥੋਂ ਆਏ ਸੀ? ਉਸ ਦਿਨ ਆਏ ਸੀ ਸਾਊਥ ਅਫਰੀਕਾ ਦੇ ਵਿੱਚ। ਤੁਹਾਨੂੰ ਦੱਸਿਆ ਕਿ ਇਹਨਾਂ ਨੇ ਆਪਦਾ ਬਹੁਤ ਜੀਵਨ ਸਾਊਥ ਅਫਰੀਕਾ ਦੇ ਵਿੱਚ ਹੀ ਬਤੀਤ ਕੀਤਾ ਸੀ। ਪ੍ਰਵਾਸੀ ਭਾਰਤੀ ਦਿਵਸ, ਆਪਾਂ ਨੂੰ ਪ੍ਰਸ਼ਨ ਵੀ ਆ ਸਕਦਾ ਪੇਪਰ ਦੇ ਵਿੱਚ, ਜਿਹੜੇ ਪ੍ਰਵਾਸੀ ਭਾਰਤੀ ਦਿਵਸ ਹੈ, ਪ੍ਰਵਾਸੀ ਭਾਰਤੀ ਦਿਵਸ ਇਹ ਕਦੋਂ ਮਨਾਇਆ ਜਾਂਦਾ? ਇਹ ਮਨਾਇਆ ਜਾਂਦਾ 9 ਜਨਵਰੀ ਨੂੰ। ਹਰ ਸਾਲ 9 ਜਨਵਰੀ ਨੂੰ ਮਨਾਇਆ ਜਾਂਦਾ ਹੈਗਾ। ਕਿਹਦੀ ਯਾਦ 'ਚ ਮਨਾਇਆ ਜਾਂਦਾ? ਇਹ ਗਾਂਧੀ ਜੀ ਦੀ ਯਾਦ 'ਚ ਮਨਾਇਆ ਜਾਂਦਾ, ਕਿਉਂਕਿ ਗਾਂਧੀ ਜੀ 9 ਜਨਵਰੀ 1915 ਨੂੰ ਆਪਣੇ ਇੰਡੀਆ ਦੇ ਵਿੱਚ ਐਂਟਰ ਹੋ ਗਏ ਸੀ, ਠੀਕ ਹੈ ਜੀ। ਇਸ ਤੋਂ ਬਾਅਦ ਅੱਗੇ ਆ ਗਿਆ ਜਲ੍ਹਿਆਂਵਾਲੇ ਬਾਗ ਦੇ ਹੱਤਿਆਕਾਂਡ ਲਈ ਕਿਹੜਾ ਬ੍ਰਿਟਿਸ਼ ਜਨਰਲ ਜ਼ਿੰਮੇਵਾਰ ਹੈ? ਇਹ ਹੈਗਾ ਜੀ ਆਪਣਾ ਜਨਰਲ ਡਾਇਰ। ਤੁਹਾਨੂੰ ਦੱਸਿਆ ਹੈਗਾ ਕਿ ਡਾਇਰ ਦੋ ਸੀ, ਇੱਕ ਨਾ ਜਨਰਲ ਡਾਇਰ ਸੀ, ਇੱਕ ਮਾਈਕਲ ਓ ਡਾਇਰ ਸੀ। ਮਾਈਕਲ ਓ ਡਾਇਰ ਤਾਂ ਉਹ ਟਾਈਮ ਦੇ ਵਿੱਚ ਗਵਰਨਰ ਸੀ, ਇਹ SP ਸੀ, ਗੋਲੀਆਂ ਇਹਨੇ ਚਲਵਾਈਆਂ ਸੀ ਅਤੇ ਹੁਕਮ ਇਹਨੇ ਦਿੱਤਾ ਸੀ, ਠੀਕ ਹੈ। ਅਤੇ ਜਿਹੜਾ ਜਨਰਲ ਡਾਇਰ ਸੀ ਤਾਂ ਹਾਰਟ ਅਟੈਕ ਨਾਲ ਮਰ ਗਿਆ ਸੀ, ਅਤੇ ਇਹਨੂੰ ਊਧਮ ਸਿੰਘ ਨੇ ਮਾਰਿਆ ਸੀ ਲੰਡਨ 'ਚ ਜਾ ਕੇ। ਭਗਤ ਸਿੰਘ ਨੇ ਮਾਰਿਆ ਸੀ ਸਾਡਰਸ ਨੂੰ, ਉਹਨੇ ਜਨਰਲ ਡਾਇਰ ਨੂੰ ਉਹਦਾ ਮਾਰਿਆ ਸੀ। ਊਧਮ ਸਿੰਘ ਨੇ ਸਾਡਰਸ ਨੂੰ ਮਾਰਿਆ ਸੀ, ਜੌਨ ਸਾਡਰਸ ਨੂੰ ਭਗਤ ਸਿੰਘ ਨੇ ਮਾਰਿਆ ਸੀ। ਅੱਧੇ ਬੱਚੇ ਕਮੈਂਟ ਕਰੀ ਜਾਂਦੇ ਸੀ ਜੀ ਇਹਨੂੰ ਜਿਹੜਾ ਆਪਣਾ ਗਾ ਜਨਰਲ ਡਾਇਰ ਨੂੰ ਤਾਂ ਭਗਤ ਸਿੰਘ ਨੇ ਮਾਰਿਆ ਸੀ, ਭਗਤ ਸਿੰਘ ਨੂੰ ਜਨਰਲ ਡਾਇਰ ਨੇ ਨਹੀਂ ਮਾਰਿਆ ਸੀ, ਭਗਤ ਸਿੰਘ ਨੇ ਜਨਰਲ ਡਾਇਰ ਨੂੰ ਨਹੀਂ ਮਾਰਿਆ ਸੀ। ਇਹ ਜਿਹੜਾ ਜਨਰਲ ਡਾਇਰ ਹੈ ਇਹ ਹਾਂ ਮਾਈਕਲ ਓ ਡਾਇਰ ਹੈ। ਜਨਰਲ ਡਾਇਰ ਤਾਂ ਆਪਣੇ ਆਪ ਹੀ ਮਰ ਗਿਆ ਸੀ। ਜਿਹੜਾ ਮਾਈਕਲ ਓ ਡਾਇਰ ਸੀ ਇਹਨੂੰ ਮਾਰਿਆ ਸੀ ਊਧਮ ਸਿੰਘ ਨੇ, ਅਤੇ ਜਿਹੜਾ ਜੌਨ ਸਾਡਰਸ ਸੀ ਉਹਨੂੰ ਮਾਰਿਆ ਸੀ ਆਪਣੇ ਭਗਤ ਸਿੰਘ ਨੇ। ਭਾਰਤ ਦਾ ਪਹਿਲਾ ਕਮਾਂਡਰ ਇਨ ਚੀਫ ਕੌਣ ਸੀ? ਭਾਰਤ ਦਾ ਆਪਣਾ ਪਹਿਲਾ ਕਮਾਂਡਰ ਇਨ ਚੀਫ ਹੈਗੇ ਨੇ ਜੀ ਆਪਣੇ ਜਰਨਲ ਕੇ ਕ੍ਰਿਪਾ, ਠੀਕ ਹੈ ਜੀ। ਇਹ ਕੌਣ ਸੀ? ਆਪਣੇ ਪਹਿਲੇ ਕਮਾਂਡਰ ਨੇ ਆਪਣੇ, ਠੀਕ ਹੈ ਜੀ। ਬਸ ਇੰਨੀ ਯਾਦ ਕਰ ਲਓ, ਇਹਦੇ ਵਿੱਚ ਕੋਈ ਬੜੀ ਛੁਰੀ ਸਮਝਣ ਦੀ ਲੋੜ ਨਹੀਂ। ਭਾਰਤ ਦਾ ਪਹਿਲਾ ਰੱਖਿਆ ਮੰਤਰੀ ਕੌਣ ਸੀ? ਸਭ ਤੋਂ ਜ਼ਿਆਦਾ ਮਹੱਤਵਪੂਰਨ, ਕਿਉਂਕਿ ਪਹਿਲਾਂ ਵਾਲਾ ਤਾਂ ਕਦੇ ਛੱਡਣ ਨਹੀਂ। ਪਹਿਲਾਂ ਹੈਗਾ ਸੀ ਆਪਣਾ ਬਲਦੇਵ ਸਿੰਘ। ਇਹ ਨਾਲ ਇੱਕ ਹੋਰ ਵੀ ਆਪਾਂ ਮਹੱਤਵਪੂਰਨ ਤੱਤ ਕਰਾਂਗੇ, ਉਹ ਦੇਖ ਲਓ। ਆਪਣਾ ਪਹਿਲਾ ਗ੍ਰਹਿ ਮੰਤਰੀ ਕੌਣ ਸੀ? ਸਰਦਾਰ ਪਟੇਲ। ਆਪਣਾ ਰੇਲ ਮੰਤਰੀ ਤਾਂ ਬਹੁਤ ਜ਼ਿਆਦਾ ਮਹੱਤਵਪੂਰਨ ਹੈ, ਤਾਂ ਪੁੱਛਿਆ ਜਾਂਦਾ ਹੁੰਦਾ, ਰੇਲ ਮੰਤਰੀ ਦਾ ਭੁੱਲਿਓ ਨਾ। ਰੇਲ ਮੰਤਰੀ ਆਪਣਾ ਕੌਣ ਸੀ ਜੀ? ਪਹਿਲਾਂ ਰੇਲ ਮੰਤਰੀ ਹੈਗਾ ਸੀ ਆਪਣਾ ਜੌਨ ਮਿਥਾਈ। ਪਹਿਲਾਂ ਆਪਣਾ ਪ੍ਰਧਾਨ ਮੰਤਰੀ ਕੌਣ ਸੀ? ਜਵਾਹਰ ਲਾਲ ਨਹਿਰੂ। ਅਤੇ ਆਪਣਾ ਵਿੱਤ ਮੰਤਰੀ ਕੌਣ ਸੀ? ਕੇ ਚੇਟੀ। ਵਿੱਤ ਮੰਤਰੀ ਵੀ ਯਾਦ ਰੱਖ ਲਓ ਕਿ ਆਪਾਂ ਕਹਿੰਦੇ ਦਿੰਦੇ ਕਿ ਫਲਾਣਾ ਚਿੱਟਾ ਨੰਗ ਹੋ ਗਿਆ, ਠੀਕ ਹੈ, ਉਦੋਂ ਰੱਖ ਲਓ ਵਿੱਤ ਮੰਤਰੀ ਤੋਂ ਯਾਦ ਚੇਟੀ। ਰੇਲ ਮੰਤਰੀ ਜੌਨ ਮਿਥਾਈ, ਗ੍ਰਹਿ ਮੰਤਰੀ ਸਰਦਾਰ ਪਟੇਲ, ਅਤੇ ਪਹਿਲਾ ਪ੍ਰਧਾਨ ਮੰਤਰੀ ਜਵਾਹਰ ਲਾਲ ਨਹਿਰੂ। ਅਤੇ ਪਹਿਲੀ ਰਾਸ਼ਟਰਪਤੀ ਪੁੱਛੀ ਜਾ ਸਕਦੀ ਹੈ, ਪਹਿਲੀ ਰਾਸ਼ਟਰਪਤੀ ਔਰਤ ਕੌਣ ਸੀ? ਆਪਣੀ ਪ੍ਰਤਿਭਾ ਪਾਟਿਲ। ਇਹ ਵੀ ਨਾਲ ਜੋੜ ਲਿਓ। ਵੈਸੇ ਮੈਂ ਤੁਹਾਨੂੰ ਅਲੱਗ ਤੋਂ ਕਰਵਾਊਂਗਾ ਪਹਿਲੇ ਇਹਦੇ 'ਚ ਰਿਵੀਜ਼ਨ ਕਰ ਲਓ, ਕਈ ਵਾਰੀ ਫਿਰ ਮੌਕੇ 'ਤੇ ਯਾਦ ਕਰਨਾ ਸੌਖਾ ਹੋ ਜਾਂਦਾ।
ਪਾਕਿਸਤਾਨ ਆਪਣਾ ਆਜ਼ਾਦੀ ਦਿਵਸ ਕਦੋਂ ਮਨਾਉਂਦਾ ਬਈ? ਪਾਕਿਸਤਾਨ ਆਪਣਾ ਆਜ਼ਾਦੀ ਦਿਵਸ ਮਨਾਉਂਦਾ ਹੈਗਾ 14 ਅਗਸਤ ਨੂੰ। ਆਪਾਂ ਮਨਾਉਂਦੇ ਹਾਂ 15 ਅਗਸਤ ਨੂੰ। ਪਾਕਿਸਤਾਨ ਕਦੋਂ ਮਨਾਉਂਦਾ? ਪਾਕਿਸਤਾਨ ਇਹ ਮਨਾਉਂਦਾ ਹੈਗਾ 14 ਅਗਸਤ ਨੂੰ। ਆਪਾਂ ਹੋਏ ਸੀ ਜਦ 15 ਅਗਸਤ 1947 ਨੂੰ, ਅਤੇ ਪਾਕਿਸਤਾਨ 14 ਅਗਸਤ 1947 ਨੂੰ। ਇਹ ਪ੍ਰਸ਼ਨ ਇੱਕ ਹੋਰ ਆ ਸਕਦਾ ਹੈਗਾ, ਜਿਹੜੀ ਇਹ ਵੰਡ ਹੋਈ ਸੀ ਇਹ ਕਿਹੜੀ ਯੋਜਨਾ ਦੇ ਅਨੁਸਾਰ ਹੋਈ ਸੀ? ਇਹ ਵੰਡ ਜਿਹੜੀ ਹੋਈ ਸੀ ਉਹ ਕਿਹਨੇ ਕਰਾਈ ਸੀ, ਜਾਂ ਉਦੋਂ ਗਵਰਨਰ ਜਨਰਲ ਜਾਂ ਵਾਇਸਰਾਏ ਕੌਣ ਸੀ? ਇਹ ਕਰਵਾਈ ਸੀ ਜੀ ਲਾਰਡ ਮਾਊਂਟ ਬੇਟਨ ਨੇ। ਕੀ ਪੁੱਛਣਾ ਨਹੀਂ, ਜੋ ਭਾਰਤ ਦੀ ਵੰਡ ਹੋਈ ਸੀ ਉਦੋਂ ਗਵਰਨਰ ਜਨਰਲ ਕੌਣ ਸੀ? ਉਦੋਂ ਹੈਗਾ ਸੀ ਆਪਣਾ ਲਾਰਡ ਮਾਊਂਟਬੈਟਨ। ਠੀਕ ਹੈ ਜੀ। ਇਸ ਤੋਂ ਬਾਅਦ ਮੰਗਲ ਪਾਂਡੇ ਕਿਸ ਬਟਾਲੀਅਨ ਦੇ ਸੈਨਿਕ ਸੀ? ਇਹ ਹੈਗੇ ਸੀ ਜੀ ਆਪਣੀ 34 ਬਟਾਲੀਅਨ ਦੇ ਸੈਨਿਕ ਸੀ। ਇਹਦੇ ਵਿੱਚ ਤੁਹਾਨੂੰ ਪਹਿਲਾਂ ਸਾਰਾ ਇਤਿਹਾਸ ਦੱਸ ਗਿਆ ਮੈਂ ਕਿ ਚਰਬੀ ਵਾਲੇ ਕਾਰਤੂਸ ਦੀ ਵਰਤੋਂ ਉਹਨਾਂ ਨੇ ਨਾ ਕੀਤੀ ਸੀ, ਅਤੇ 1857 ਈਸਵੀ ਦੇ ਵਿਦਰੋਹ ਦੇ ਪਹਿਲੇ ਸ਼ਹੀਦ ਕੌਣ ਸੀ? ਮੰਗਲ ਪਾਂਡੇ। ਟਾਈਗਰ ਆਫ ਮਸੂਰ। ਟਾਈਗਰ ਆਫ ਮਸੂਰ ਕਿਸ ਨੂੰ ਕਿਹਾ ਜਾਂਦਾ ਹੈਗਾ? ਟਾਈਗਰ ਆਫ ਮਸੂਰ ਕਿਹਾ ਜਾਂਦਾ ਜੀ ਆਪਣੇ ਟੀਪੂ ਸੁਲਤਾਨ ਨੂੰ। ਟੀਪੂ ਸੁਲਤਾਨ ਨੂੰ ਟਾਈਗਰ ਆਫ ਮਸੂਰ ਕਿਹਾ ਜਾਂਦਾ ਹੈਗਾ। ਹੁਣ ਪ੍ਰਸ਼ਨ ਇਹ ਆ ਜਾਂਦਾ ਕਿ ਜਿਹੜਾ ਟੀਪੂ ਸੁਲਤਾਨ ਸੀ, ਠੀਕ ਹੈ ਜੀ, ਇਹ ਕਿਹਦਾ ਉੱਤਰਾਧਿਕਾਰੀ ਸੀ? ਟੀਪੂ ਸੁਲਤਾਨ ਕਿਹਦਾ ਉੱਤਰਾਧਿਕਾਰੀ ਸੀ? ਇਹ ਹੈਗਾ ਸੀ ਜੀ ਹੈਦਰ ਅਲੀ ਦਾ। ਹੈਦਰ ਅਲੀ ਦਾ ਇਹ ਉੱਤਰਾਧਿਕਾਰੀ ਸੀ। ਟੀਪੂ ਸੁਲਤਾਨ ਨੂੰ ਜਿਹੜਾ ਟਾਈਗਰ ਆਫ ਮਸੂਰ ਸੀ, ਠੀਕ ਹੈ, ਟਾਈਗਰ ਆਫ ਮਸੂਰ ਅਤੇ ਨਾਗਰਿਕ ਦੇ ਟੀਪੂ ਦੇ ਨਾਮ ਨਾਲ ਵੀ ਜਾਣਿਆ ਜਾਂਦਾ ਹੈ। ਠੀਕ ਹੈ ਜੀ। ਅਤੇ ਦੂਸਰੀ ਗੱਲ, ਇੱਕ ਰੰਗਪਟਮ ਦੀ ਸੰਧੀ ਹੋਈ ਸੀ, ਰੰਗਪਟਮ ਦੀ, ਉਹ ਵੀ ਟੀਪੂ ਸੁਲਤਾਨ ਦੇ ਨਾਲ ਹੀ ਹੋਈ ਸੀ। ਠੀਕ ਹੈ ਜੀ। ਕਿਹਦੇ ਨਾਲ ਹੋਈ ਸੀ? ਟੀਪੂ ਸੁਲਤਾਨ ਦੇ ਨਾਲ। ਇਹਦੀ ਮ੍ਰਿਤੂ ਕਦੋਂ ਹੋਈ ਸੀ? ਇਹਨਾਂ ਦੀ ਮ੍ਰਿਤੂ ਹੋਈ ਸੀ ਚੌਥੇ ਐਂਗਲੋ ਮਸੂਰ ਯੁੱਧ ਦੇ ਵਿੱਚ। ਜਿਹੜਾ ਚੌਥਾ ਐਂਗਲੋ ਮਸੂਰ ਯੁੱਧ ਹੋਇਆ ਸੀ ਉਹਦੇ ਵਿੱਚ ਐਂਗਲੋ ਜਿੱਥੇ ਵੀ ਜੁੜਦੇ ਨਾ, ਐਂਗਲੋ ਸ਼ਬਦ ਜਿੱਥੇ ਵੀ ਆ ਗਿਆ ਤੁਸੀਂ ਸਮਝੋ ਕਿ ਅੰਗਰੇਜ਼ ਬੰਦਾ ਵਿੱਚ ਹੋਊਗਾ। ਠੀਕ ਹੈ ਜੀ। ਦੁਬਾਰੇ ਫਿਰ ਸੁਣੋ, ਟਾਈਗਰ ਆਫ ਮਸੂਰ ਕਿਹਨੂੰ ਕਿਹਾ ਜਾਂਦਾ? ਟੀਪੂ ਸੁਲਤਾਨ ਨੂੰ। ਕਿਹਦਾ ਪੁੱਤਰ ਸੀ? ਅਲੀ ਹੈਦਰ ਦਾ। ਅਤੇ ਮਰਿਆ ਕਦੋਂ ਸੀ? ਚੌਥੀ ਐਂਗਲੋ ਮਸੂਰ ਵਾਰ ਹੋਈ ਸੀ ਜਿਹੜੀ। ਠੀਕ ਹੈ। ਸ਼੍ਰੀ ਰੰਗਪਟਮ ਦੀ ਸੰਧੀ ਵੀ ਇਹਦੇ ਨਾਲ ਹੀ ਹੋਈ ਸੀ ਅੰਗਰੇਜ਼ਾਂ ਦੀ। ਬੰਗਲਾਦੇਸ਼ ਦਾ ਰਾਸ਼ਟਰੀ ਗੀਤ ਅਮਰ ਸੁਨਾਰ ਬਾਂਗਲਾ ਦੀ ਰਚਨਾ ਕਿਸ ਨੇ ਕੀਤੀ? ਬਸ ਇਸਦਾ ਯਾਦ ਕਰ ਲਓ। ਆਪਣੇ ਰਾਸ਼ਟਰੀ ਗੀਤ ਦੀ ਰਚਨਾ, ਰਾਸ਼ਟਰੀ ਗੀਤ ਆਪਣਾ ਕਿਹੜਾ ਗੀਤ ਕਿਹੜਾ ਹੁੰਦਾ ਗਾ? ਆਪਣਾ ਰਾਸ਼ਟਰੀ ਗੀਤ ਕਿਹੜਾ? ਬੰਦੇ ਮਾਤਰਮ। ਗਾਣ ਕਿਹੜਾ ਆਪਣਾ? ਜਨ ਗਣ ਮਨ। 1896 ਦੇ ਵਿੱਚ ਬਿਕਰਮ ਚਟਰਜੀ। 1911 ਦੇ ਵਿੱਚ ਰਵਿੰਦਰ ਨਾਥ ਟੈਗੋਰ। ਠੀਕ ਹੈ ਜੀ। ਅਤੇ ਉਵੇਂ ਜਿਵੇਂ ਬੰਗਲਾਦੇਸ਼ ਦਾ ਪ੍ਰਸ਼ਨ ਇੱਥੋਂ ਇਹੀ ਪੁੱਛਿਆ ਜਾ ਸਕਦਾ ਕਿ ਬੰਗਲਾਦੇਸ਼ ਦਾ ਜਿਹੜਾ ਰਾਸ਼ਟਰੀ ਗੀਤ ਹੈ ਅਮਰ ਸੁਨਾਰ ਬਾਂਗਲਾ ਕਿਸ ਦੇਸ਼ ਦਾ ਗੀਤ ਹੈ? ਰਾਸ਼ਟਰੀ ਗੀਤ ਹੈ ਇਹ ਹੈਗਾ ਬੰਗਲਾਦੇਸ਼ ਦਾ, ਕਿਉਂਕਿ ਆਪਣਾ ਗਵਾਂਢੀ ਦੇਸ਼ ਹੈ। ਗਵਾਂਢੀ ਦੇਸ਼ ਆਪਾਂ ਕੋਈ ਵੀ ਮਿਸ ਨਹੀਂ ਕਰਨਾ। ਗਵਾਂਢੀ ਦੇਸ਼ ਦੇ ਵਿੱਚ ਆਪਰੇਸ਼ਨ ਆਉਂਦੇ ਜ਼ਿਆਦਾ ਚਾਂਸ ਹੁੰਦੇ ਨੇ। ਬੰਗਲਾਦੇਸ਼ ਦਾ ਰਾਸ਼ਟਰੀ ਗੀਤ ਸੀ ਜਿਹੜਾ, ਇਹ ਆਪਣਾ ਗਾਇਆ ਸੀ, ਲਿਖਿਆ ਸੀ ਆਪਣੇ ਰਵਿੰਦਰ ਨਾਥ ਟੈਗੋਰ ਨੇ। ਸਤਿੰਦਰ ਨਾਥ ਟੈਗੋਰ ਜਿਹੜੇ ਆਪਣੇ ਪਹਿਲੇ ਸਿਵਲ ਸਰਵਿਸ ਸੀ। ਰਵਿੰਦਰ ਨਾਥ ਟੈਗੋਰ ਨੇ, ਸਤਿੰਦਰ ਨਾਥ ਟੈਗੋਰ ਭਰਾ ਸੀ ਇਹਨਾਂ ਦੇ ਇਹ। ਠੀਕ ਹੈ ਜੀ। ਜਦੋਂ ਭਾਰਤ ਆਜ਼ਾਦ ਹੋਇਆ ਉਸ ਸਮੇਂ ਬ੍ਰਿਟੇਨ ਦਾ ਪ੍ਰਧਾਨ ਮੰਤਰੀ ਕੌਣ ਸੀ? ਜਦੋਂ ਭਾਰਤ ਆਜ਼ਾਦ ਹੋਇਆ ਉਸ ਸਮੇਂ ਬ੍ਰਿਟੇਨ ਦਾ ਪ੍ਰਧਾਨ ਮੰਤਰੀ ਹੈਗਾ ਸੀ ਐਟਲੀ। ਇਹ ਬਹੁਤ ਵਾਰੀ ਪੁੱਛਿਆ ਜਾਂਦਾ ਪੇਪਰ ਦੇ ਵਿੱਚ ਕਿ ਕੌਣ ਸੀ ਜੀ ਇਹਦਾ, ਜਦੋਂ ਆਪਣਾ ਭਾਰਤ ਆਜ਼ਾਦ ਹੋਇਆ ਹੈਗਾ ਉਦੋਂ ਆਪਣਾ ਹੈਗਾ ਸੀ ਐਟਲੀ। ਦੂਸਰਾ ਪ੍ਰਸ਼ਨ ਇਹਦੇ ਵਿੱਚ ਇੱਕ ਹੋਰ ਵੀ ਬਣ ਜਾਂਦਾ ਹੁੰਦਾ। ਉਹ ਪ੍ਰਸ਼ਨ ਕੀ ਬਣਦਾ ਹੁੰਦਾ ਕਿ ਜਿਹੜਾ ਐਟਲੀ ਸੀ ਇਹ ਕਿਹੜੀ ਪਾਰਟੀ ਦਾ ਪ੍ਰਧਾਨ ਮੰਤਰੀ ਜਾਂ ਕਿਹੜੀ ਪਾਰਟੀ ਸੀ ਬ੍ਰਿਟੇਨ ਦੇ ਵਿੱਚ, ਇੰਗਲੈਂਡ ਦੇ ਵਿੱਚ? ਬ੍ਰਿਟੇਨ ਨੂੰ, ਇੰਗਲੈਂਡ ਵੀ ਬ੍ਰਿਟੇਨ ਨੂੰ ਕਹਿ ਦਿੰਦੇ, ਯੂਕੇ ਵੀ ਇਸ ਨੂੰ ਕਹਿੰਦਾ। ਤਿੰਨ ਨਾਮ ਹੈ ਇਹਦੇ, ਯੂਕੇ, ਬ੍ਰਿਟੇਨ, ਇੰਗਲੈਂਡ, ਇਹ ਤਿੰਨੇ ਇੱਕ ਹੀ ਹੈਗੇ। ਠੀਕ ਹੈ ਜੀ। ਅਤੇ ਇਹ ਕਿਹੜੀ ਪਾਰਟੀ ਦੇ ਸੀ? ਇਹ ਹੈਗੇ ਸੀ ਜੀ ਆਪਣੀ ਲੇਬਰ ਪਾਰਟੀ ਦੇ। ਐਟਲੀ ਸੀ ਜਿਹੜੇ ਆਪਣੇ ਲੇਬਰ ਪਾਰਟੀ ਦੇ ਸੀ। ਓਕੇ ਜੀ। ਇਸ ਤੋਂ ਬਾਅਦ ਆਜ਼ਾਦ ਭਾਰਤ ਦੀ ਪਹਿਲੀ ਮਹਿਲਾ, ਆਜ਼ਾਦ ਭਾਰਤ ਦੀ ਜਿਹੜਾ ਆਪਣਾ ਭਾਰਤ ਆਜ਼ਾਦ ਹੋਇਆ ਸੀ ਇਹਦੀ ਪਹਿਲੀ ਮਹਿਲਾ ਰਾਜਪਾਲ ਕੌਣ ਬਣੀ ਸੀ? ਦੇਖੋ, ਜਿਹੜਾ ਆਪਣਾ ਭਾਰਤ ਆਜ਼ਾਦ ਹੋਇਆ, ਠੀਕ ਹੈ, ਇਹਦੀ ਪਹਿਲੀ ਮਹਿਲਾ ਰਾਜਪਾਲ ਕੌਣ ਸੀ? ਇਹ ਹੈਗੀ ਸੀ ਜੀ ਆਪਣੀ ਸਰੋਜਨੀ ਨਾਇਡੂ। ਸਰੋਜਨੀ ਨਾਇਡੂ ਬਾਰੇ ਦੋ ਗੱਲਾਂ ਦੱਸਦਾ ਮੈਂ ਤੁਹਾਨੂੰ। ਜੇ ਤਾਂ ਪੁੱਛਣਾ ਨਾ ਆਪਣੀ ਭਾਰਤ ਦੀ ਪਹਿਲੀ ਇੰਡੀਅਨ ਨੈਸ਼ਨਲ ਕਾਂਗਰਸ ਜਿਹੜੀ 1885 ਦੇ ਵਿੱਚ ਬਣੀ ਸੀ, ਇਹ ਹੋਮ ਦੁਬਾਰਾ ਬਣਾਈ ਗਈ ਸੀ, ਉਹਦੇ ਵਿੱਚ ਭਾਰਤ ਦੀ ਕਿਹੜੀ ਪਹਿਲੀ ਮਹਿਲਾ ਸੀ ਜਿਹੜੀ ਕਿ ਪ੍ਰਧਾਨ ਮੰਤਰੀ ਬਣੀ ਸੀ? ਉਹ ਬਣੀ ਸੀ 1925 ਦੇ ਵਿੱਚ ਸਰੋਜਨੀ ਨਾਇਡੂ।
ਤੇ ਆਪਣਾ ਜਦੋਂ ਭਾਰਤ ਆਜ਼ਾਦ ਹੋ ਗਿਆ ਸੀ ਉਦੋਂ ਪਹਿਲੀ ਰਾਜਪਾਲ ਵੀ ਕੌਣ ਸੀ? ਸਰੋਜਨੀ ਨਾਇਡੂ। ਜੇ ਪੁੱਛਣ ਕਿ ਪਹਿਲੀ ਔਰਤ ਦੱਸੋ ਜਿਹੜੀ ਕਿ ਬਾਹਰਲੇ ਦੇਸ਼ ਦੇ ਵਿੱਚੋਂ ਆਈ ਸੀ ਜਾਂ ਐਂਗਲੋ ਸੀ, ਠੀਕ ਹੈ, ਉਹ ਹੈਗੀ ਸੀ ਆਪਣੀ ਐਨੀ ਬਸੈਂਟ। ਐਨੀ ਬਸੈਂਟ ਕਦੋਂ ਬਣੀ ਸੀ? 1917 ਦੇ ਵਿੱਚ। ਅਤੇ 1916 ਦੇ ਵਿੱਚ ਕੀ ਹੋਇਆ ਸੀ? ਲਖਨਊ ਪੈਕਟ। ਠੀਕ ਹੈ, ਇਹ ਮਤਲਬ ਹਿੰਦੂ ਅਤੇ ਮੁਸਲਮਾਨਾਂ ਦੇ ਵਿੱਚ ਸੀਟਾਂ ਦੀ ਵੰਡ ਨੂੰ ਲੈ ਕੇ ਇਹ ਚੱਕਰ ਪਿਆ ਸੀ ਸਾਰਾ। ਠੀਕ ਹੈ ਜੀ, ਇੱਥੋਂ ਤੱਕ ਯਾਦ ਕਰ ਲਿਓ। ਅਤੇ ਇਸ ਤੋਂ ਬਾਅਦ ਜਿਹੜਾ ਆਪਣੀ ਆ ਗਿਆ ਉੱਤਰ ਵੀ ਮੈਨੂੰ ਐਤਕੀ ਨੀਚੇ ਦੇ ਤੇ, ਅਤੇ ਬਾਕੀ PDF ਦੇ ਵਿੱਚ ਵੀ ਤੁਹਾਨੂੰ ਚੌਥੇ ਸੈੱਟ ਦੇ ਵੀ ਆਈ ਮਿਲਣਗੇ ਅਤੇ ਪੰਜਵੇਂ ਸੈੱਟ ਦੇ ਵੀ ਤੁਹਾਨੂੰ ਆਈ ਮਿਲਣਗੇ। ਠੀਕ ਹੈ ਜੀ, ਇਹ ਬਹੁਤ ਮਹੱਤਵਪੂਰਨ ਨੇ, ਇਹਨਾਂ ਦੇ ਵਿੱਚ ਕੋਈ ਵੀ ਤੁਸੀਂ ਛੱਡਣਾ ਨਹੀਂ ਹੈਗਾ, ਕਿਉਂਕਿ ਆਪਾਂ ਪਹਿਲੀ ਨਾ ਕਾਂਟੀ ਛਾਂਟੀ ਕਰਕੇ ਪੂਰੀ ਐਂ ਸਮਝ ਲਓ ਕਿ ਜਿਵੇਂ ਨਿਚੋੜ ਕੱਢ ਕੇ ਲੈ ਕੇ ਆਏ ਹੈਗੇ। ਅਤੇ ਜੇ ਹੁਣ ਆਪਾਂ ਇਹਦੇ 'ਚ ਵੀ ਤੁਹਾਨੂੰ ਦੱਸਾਂ ਕਿ ਅੱਗੇ ਵੀ ਨਿਚੋੜ ਕੱਢਣ ਲੱਗ ਗਏ ਨਾ, ਫਿਰ ਕੁਛ ਨਹੀਂ ਰਹਿਣਾ, ਇਹਦੇ 'ਚ ਸਾਰਾ ਰਸ ਨਿਕਲ ਜੂਗਾ। ਅਤੇ ਜਿੰਨੇ ਹੈਗੇ ਇਹ ਚੰਗੀ ਤਰ੍ਹਾਂ ਯਾਦ ਕਰ ਲਓ, 20 ਦੇ 20। ਠੀਕ ਹੈ, ਅਤੇ ਇੱਕ ਤੁਹਾਨੂੰ ਮੈਂ UN ਵਾਲੀ ਪਾਤੀ ਵੀਡੀਓ, ਅਤੇ ਉਹਦੇ ਵਿੱਚ ਜਿਹੜੇ ਮੈਂ ਤੁਹਾਨੂੰ ਕਿਹਾ ਕਿ ਇੰਪੋਰਟੈਂਟ ਫੈਕਟਰ ਨੇ ਉਹ ਤਾਂ ਪੱਕੀ ਯਾਦ ਕਰਨੇ ਆ। ਦੂਸਰੇ ਭਾਵੇਂ ਜਿਹੜੇ ਮੈਂ ਤੁਹਾਨੂੰ ਕਿਹਾ ਕਿ ਇੱਕ ਦੋ, ਅਤੇ ਉਹ ਵੀ ਜੇ ਯਾਦ ਕਰ ਲਓਗੇ ਤਾਂ ਵਧੀਆ ਗੱਲ ਹੈਗੀ। ਜੇ ਨਹੀਂ ਵੀ ਯਾਦ ਹੁੰਦੇ ਨਾ ਤਾਂ ਤੁਸੀਂ ਐਂ ਕਰੋ, ਇਕੱਲੀਆਂ ਪਹਿਲਾਂ ਉਹਦੀਆਂ ਦੋ ਯਾਦ ਕਰ ਲਓ। ਜਿਵੇਂ ਡੇਲੀ ਤੁਸੀਂ ਲਿਖ ਕੇ ਰੱਖ ਲਓ ਕਿ ਤੜਕੇ 3 ਤਾਂ ਕਰਾਂਸੀਆਂ ਯਾਦ ਕਰਨੀਆਂ, ਕੈਪੀਟਲ ਅਤੇ ਕਰਾਂਸੀਆਂ, ਅਤੇ 2 ਸੰਸਥਾਵਾਂ UN ਦੀਆਂ ਯਾਦ ਕਰਨੀਆਂ। ਠੀਕ ਹੈ, 5 ਦਾ ਉਹਦਾ ਅਲੱਗ ਲੈਕਚਰ ਲਾ ਲਿਆ ਕਰੋ ਜਿਨ੍ਹਾਂ ਦੇ ਯਾਦ ਨਹੀਂ ਹੁੰਦਾ। ਜੇ ਉਵੇਂ ਵੀ ਯਾਦ ਨਹੀਂ ਹੁੰਦਾ ਨਾ, ਫਿਰ ਤੁਸੀਂ ਐਂ ਕਰਿਆ ਕਰੋ, ਟ੍ਰਿਕ ਬਣਾ ਲਿਆ ਕਰੋ, ਉਹਨਾਂ ਦੀ ਟ੍ਰਿਕ ਬਣਾ ਕੇ ਯਾਦ ਕਰ ਲਓ। ਕਿਉਂਕਿ ਐਡੇ ਮੈਂ ਸਮਝਦਾ ਕਿ ਔਖਾ ਤਾਂ ਹੈਗਾ ਉਹ ਕੈਪੀਟਲ ਅਤੇ ਕਰੰਸੀ ਯਾਦ ਕਰਨੀ ਬਹੁਤ ਔਖੀ ਜਿਹਨੇ ਪਹਿਲੀ ਵਾਰ ਕੀਤੀ ਹੈ। ਪਰ ਹਰੇਕ ਚੀਜ਼ ਜਿਹੜੀ ਪਹਿਲੀ ਵਾਰ ਕਰਨੀ ਹਰੇਕ ਚੀਜ਼ ਔਖੀ ਹੁੰਦੀ ਹੈ। ਅਤੇ ਪਰ ਕੋਈ ਗੱਲ ਨਹੀਂ, ਤੁਸੀਂ ਕੋਸ਼ਿਸ਼ ਕਰੋ, ਕੋਸ਼ਿਸ਼ ਨਾਲ ਕੋਈ ਵੀ ਕੰਮ ਨਹੀਂ ਔਖਾ ਹੁੰਦਾ। ਤੁਸੀਂ ਉਹਦੇ ਨਾ ਟ੍ਰਿਕ ਬਣਾ ਲਿਆ ਕਰੋ, ਜਿਵੇਂ ਯਾਦ ਕਰਨ ਵਾਸਤੇ ਕੋਈ ਲਾਈਨ ਬਣਾ ਲਿਆ ਕਰੋ, ਅਤੇ ਉਸ ਹਿਸਾਬ 'ਤੇ ਉਹਨੂੰ ਯਾਦ ਕਰਨਾ ਸੌਖਾ ਹੋ ਜਾਂਦਾ। ਟ੍ਰਿਕ ਬਣਾ ਕੇ ਕਿ ਆਪਦੇ ਹਿਸਾਬ ਜਿਹੜੇ ਜਿਵੇਂ ਤੁਹਾਨੂੰ ਸੈੱਟ ਲੱਗਦਾ, ਕਿਸੇ ਭੁੱਲਦੇ ਨਹੀਂ, ਕਿ ਉਸ ਚੀਜ਼ ਕਰ ਲਿਆ ਕਰੋ। ਦੇਖੋ ਬੱਚੋ, ਤੁਸੀਂ ਨਾ ਇਹਦੀ ਟ੍ਰਿਕ ਬਣਾ ਲਿਆ ਕਰੋ, ਟ੍ਰਿਕ ਬਣਾ ਕੇ ਯਾਦ ਕਰਨਾ ਤੁਹਾਨੂੰ ਸੌਖਾ ਹੋ ਜਾ ਕਰੂਗਾ। ਦੱਸੋ, ਇੱਕ ਮਿੰਟ ਦੇਖੋ, ਤੁਸੀਂ ਡੇਲੀ ਸੁਬਾਹ ਉੱਠਦੇ ਹੋ ਨਾ, ਡੇਲੀ ਸੁਬਾਹ ਉੱਠਣ ਸਾਰ ਘੱਟੋ ਘੱਟ 4, 3, 5 ਜਿੰਨੀਆਂ ਵੀ ਤੁਹਾਡੇ ਹੁੰਦੀਆਂ ਕੈਪੀਟਲਾਂ ਦੇ ਰੱਟੇ ਮਾਰ ਲਓ, ਕਰਾਂਸੀਆਂ ਦੇ ਵੀ ਕੈਪੀਟਲਾਂ ਦੇ ਵੀ। ਇਸ ਤੋਂ ਬਾਅਦ UN ਉਹਨਾਂ 2-3 ਸੰਸਥਾਵਾਂ ਚੱਕ ਲਓ। UN ਦਾ ਐਡਾ ਔਖਾ ਕੰਮ ਹੈ ਨਹੀਂ, ਮੈਂ ਦੇਖ ਲਿਆ। ਉਹ 'ਚ ਤਾਂ ਬਸ 7 ਕੁ ਸੰਸਥਾਵਾਂ ਜਿਹੜੀਆਂ ਜ਼ਿਆਦਾ ਮਹੱਤਵਪੂਰਨ ਨੇ, ਅਤੇ ਉਹਨਾਂ ਦੇ ਫਾਊਂਡਰ, ਹੈੱਡ, ਅਤੇ ਜਦੋਂ ਉਹ ਬਣੀਆਂ ਸੀ, ਸਥਾਪਿਤ ਹੋਈਆਂ ਸੀ, ਬਸ ਉਹ ਯਾਦ ਕਰ ਲਓ। ਠੀਕ ਹੈ ਜੀ, ਅਤੇ ਬਾਕੀ ਮੈਂ ਮੈਥ ਲੈਕਚਰ ਲੈ ਕੇ ਆਊਂਗਾ ਥੋੜ੍ਹੇ ਕੁ ਦਿਨਾਂ ਤੱਕ। ਮੈਥ ਲੈਕਚਰ ਲੈ ਕੇ ਆਊਂਗਾ ਮੈਂ ਥੋੜ੍ਹੀ ਇਹਨਾਂ ਦੇ ਅਸਾਈਨਮੈਂਟਾਂ ਦੇ ਵਿੱਚ ਬਿਜੀ ਹਾਂ। ਸਾਰਾ ਡਾਟਾ ਇਕੱਠਾ ਵੀ ਕਰਨਾ ਪੈਂਦਾ ਕਿ ਕਿੱਥੋਂ ਆਪਰੇਸ਼ਨ ਪੁੱਛੇ ਜਾਂਦੇ ਆ, ਕਿੱਥੋਂ ਪੁੱਛੇ ਗਏ ਆ। ਠੀਕ ਹੈ, ਕਿਉਂਕਿ ਲੈਵਲ ਪੇਪਰ ਦਾ ਠੀਕ ਹੋਊਗਾ। ਅਤੇ ਬਾਕੀ ਕਦੇ ਵੀ ਇੱਕ ਗੱਲ ਹੋਰ ਤੁਹਾਨੂੰ ਦੱਸ ਦਾਂਗਾ ਜਿਹਨੂੰ ਨਹੀਂ ਪਤਾ, ਪੰਜਾਬ ਪੁਲਿਸ ਦੇ ਕਿਸੇ ਵੀ ਪੇਪਰ ਦੇ ਵਿੱਚ ਨਾ ਨੈਗੇਟਿਵ ਮਾਰਕਿੰਗ ਨਹੀਂ ਹੁੰਦੀ। ਨੈਗੇਟਿਵ ਮਾਰਕਿੰਗ ਨਹੀਂ ਹੁੰਦੀ। ਜਿਵੇਂ ਕਿ ਆਪਾਂ ਦੂਸਰੇ ਪੇਪਰ ਦੇ ਕੇ ਆਉਣੇ ਹੈਗੇ, ਕਲੈਰੀਕਲ ਦੇ ਪੇਪਰ ਦੇ ਕੇ ਆਉਣੇ, ਸਮਝ ਲਓ ਉਹਦੀ 1/4 ਦੀ ਨੈਗੇਟਿਵ ਮਾਰਕਿੰਗ ਹੁੰਦੀ ਹੈ। 1/4 ਦੀ ਨੈਗੇਟਿਵ ਮਾਰਕਿੰਗ ਹੁੰਦੀ। ਇਹਦਾ ਕੀ ਮਤਲਬ ਹੈ? ਇਹਦਾ ਮਤਲਬ ਇਹ ਹੈਗਾ ਕਿ ਜੇ ਤੁਹਾਡੇ 4 ਪ੍ਰਸ਼ਨ ਗਲਤ ਹੋ ਗਏ, ਫਿਰ ਤੁਹਾਡਾ 1 ਨੰਬਰ ਕੱਟਿਆ ਜਾਊਗਾ। ਸਮਝ ਗਏ? 1/4 ਨੈਗੇਟਿਵ ਦਾ ਮਤਲਬ ਇਹ ਹੁੰਦਾ ਕਿ ਜੇ ਤੁਹਾਡੇ 4 ਗਲਤ ਹੋ ਗਏ, ਫਿਰ 1 ਨੰਬਰ ਕੱਟਿਆ ਜਾਊਗਾ। ਅਤੇ 1/3 ਨੈਗੇਟਿਵ ਮਾਰਕਿੰਗ ਦਾ ਮਤਲਬ ਇਹ ਹੁੰਦਾ ਕਿ ਜੇ ਤੁਹਾਡੇ 3 ਗਲਤ ਹੋ ਗਏ, ਫਿਰ 1 ਨੰਬਰ ਕੱਟਿਆ ਜਾਊਗਾ। ਅਤੇ ਪਰ ਪੰਜਾਬ ਪੁਲਿਸ ਦੇ ਪੇਪਰ ਦੇ ਵਿੱਚ, ਜਿਹਦੇ ਪੰਜਾਬ ਪੁਲਿਸ ਦੇ ਪੇਪਰ ਦੀ ਗੱਲ ਨਹੀਂ ਕਰਦਾ, ਹੋਰ ਵੀ ਜਿਹੜੇ ਪੇਪਰ ਦੇ ਵਿੱਚ ਫਿਜ਼ੀਕਲ ਟਰਾਇਲ ਹੁੰਦਾ ਗਾ, ਹੋਰ ਵੀ ਕਈ ਭਰਤੀਆਂ ਹੈਗੀਆਂ ਜਿਹਦੇ ਵਿੱਚ ਫਿਜ਼ੀਕਲ ਟਰਾਇਲ ਹੁੰਦਾ, ਉਹਦੇ ਵਿੱਚ ਕਦੇ ਵੀ ਨੈਗੇਟਿਵ ਮਾਰਕਿੰਗ ਨਹੀਂ ਹੁੰਦੀ। ਠੀਕ ਹੈ, ਇਹ ਤੁਹਾਡੇ ਵਾਸਤੇ ਇੱਕ ਵਧੀਆ ਪੋਜ਼ੀਟਿਵ ਪੁਆਇੰਟ ਹੈਗਾ। ਤੁਹਾਨੂੰ ਫਾਇਦਾ ਵੀ ਇਹ ਪੁਆਇੰਟ ਦਾ। ਇਹਦਾ ਫਾਇਦਾ ਇਹ ਹੈਗਾ, ਕਈ ਵਾਰੀ ਆਪਾਂ ਨੂੰ ਕਿਸੇ ਚੀਜ਼ ਦੇ ਵਿੱਚ 2 ਚਿੱਤੇ ਜਿਹੇ ਹੁੰਦੇ, ਆਪਾਂ ਐਂਡ 'ਤੇ ਪੇਪਰ ਦੇ ਵਿੱਚ ਆਪਾਂ ਨੂੰ ਇਹ ਹੁੰਦਾ ਕਿ ਯਾਰ ਆਹ ਵੀ ਆ ਸਕਦਾ, ਆਹ ਵੀ ਆ ਸਕਦਾ, ਉੱਥੇ ਤੁਹਾਡਾ ਤੁੱਕਾ ਵੀ ਚੱਲ ਸਕਦਾ। ਸਾਰਿਆਂ 'ਤੇ ਤੁੱਕੇ ਲਾ ਕੇ ਉਹਨੇ ਜੇ ਐਂਡ 'ਤੇ ਕਿਸੇ 'ਤੇ ਟਾਈਮ ਬਚਦਾ, ਉਹ ਤਾਂ ਬਾਅਦ ਦੀਆਂ ਗੱਲਾਂ ਹੈਗੀਆਂ। ਅਤੇ ਪਹਿਲਾਂ ਤੁਸੀਂ ਐਂ ਕਰੋ, ਤੁਹਾਨੂੰ 5 ਸੈੱਟ ਦੇ ਤੇ ਮੈਂ, ਇਹ 5 ਸੈੱਟਾਂ ਦੀ ਤੁਸੀਂ ਚੰਗੀ ਤਰ੍ਹਾਂ ਹੁਣ ਰਿਵੀਜ਼ਨ ਕਰਨੀ ਹੈ। ਜਦੋਂ ਚੰਗੀ ਤਰ੍ਹਾਂ ਤੁਸੀਂ 5 ਸੈੱਟ ਰਿਵੀਜ਼ਨ ਕਰਨ ਲਈ UN ਦੀ ਰਿਵੀਜ਼ਨ ਕਰ ਲਿਓ, ਇੱਕ ਕੈਪੀਟਲ ਅਤੇ ਕਰਾਂਸੀਆਂ। ਕੈਪੀਟਲ ਅਤੇ ਕਰਾਂਸੀਆਂ ਚੱਲ ਫਿਲਹਾਲ ਤੁਸੀਂ ਰਿਵੀਜ਼ਨ ਕਰੀ ਚੱਲੋ। ਅਤੇ ਆਹ 4-5 ਚੀਜ਼ਾਂ, 5 ਲੈਕਚਰ ਇਹ ਹੋ ਗਏ, ਅਤੇ 6ਵਾਂ ਹੋ ਗਿਆ UN ਵਾਲਾ। ਇਹਨਾਂ ਦਾ ਮੈਂ ਤੁਹਾਨੂੰ ਮੰਗਲਵਾਰ ਜਾਂ ਬੁੱਧਵਾਰ ਨੂੰ ਟੈਸਟ ਪਾਉਣਾ ਹੈਗਾ। ਠੀਕ ਹੈ ਜੀ, 30 ਨੰਬਰਾਂ ਦੇ ਵੀ ਟੈਸਟ ਹੋ ਸਕਦਾ, 20 ਦਾ ਵੀ ਹੋ ਸਕਦਾ ਗਾ, 25 ਦਾ ਵੀ ਹੋ ਸਕਦਾ। ਮੈਨੂੰ ਸਾਰਿਆਂ ਦੇ ਤੁਹਾਡੇ 80 ਜਾਂ 90% ਤੋਂ ਉੱਪਰ ਨੰਬਰ ਚਾਹੀਦੇ ਸਾਰਿਆਂ ਦੇ ਬਸ। ਜੇ ਤਾਂ 90% ਤੋਂ ਉੱਪਰ ਆ ਗਏ, ਫਿਰ ਤਾਂ ਸਮਝ ਲਓ ਤੁਹਾਡੀ ਤਿਆਰੀ ਬਿਲਕੁਲ ਸਹੀ ਚੱਲੀ ਜਾਂਦੀ ਹੈ। ਕਿਉਂਕਿ ਇੰਨੇ ਕੁ ਸਿਲੇਬਸ ਦੇ ਵਿੱਚੋਂ ਮੈਂ ਨਾਲੇ ਇਹ ਨਹੀਂ ਹੈਗਾ ਕਿ ਪੱਲੇ ਜਿਹੜਾ ਉੱਤੇ ਕੁਐਸਚਨ ਦਿੱਤੇ ਮੈਂ ਤੁਹਾਨੂੰ ਇਹਦੇ 'ਚ ਪਾ ਦੂੰਗਾ। ਜਿਵੇਂ ਪਤਾ ਤੁਹਾਨੂੰ
ਕਿਸੇ ਗਵਰਨਰ ਜਨਰਲ ਨੇ ਭਾਰਤ ਵਿੱਚ ਸਤੀ ਪ੍ਰਥਾ ਦਾ ਖਾਤਮਾ ਕੀਤਾ। ਮੇਰੀ ਡੇਟ ਵੀ ਪੁੱਛ ਸਕਦਾ, ਮੈਂ ਇਹ ਵੀ ਪੁੱਛ ਸਕਦਾ ਕਿ ਵਿਲੀਅਮ ਬੈਂਟਿਕ ਦੇ ਨਾਲ ਕਿਹਨੇ ਰਲ ਕੇ ਸਤੀ ਪ੍ਰਥਾ ਦਾ ਖਾਤਮਾ ਕੀਤਾ ਸੀ, ਜਾਂ ਮੈਂ ਇਹ ਵੀ ਪੁੱਛ ਸਕਦਾ ਕਿ ਸਤੀ ਪ੍ਰਥਾ ਦੇ ਕਾਰਨ ਮਤਲਬ ਜਿਹੜੀ ਸਤੀ ਪ੍ਰਥਾ ਇਹਨੇ ਖਤਮ ਕੀਤੀ ਸੀ ਉਹਦਾ ਕੀ ਪ੍ਰਭਾਵ ਪਿਆ ਸੀ। ਠੀਕ ਹੈ ਨਾ, ਮੈਂ ਵਿਚਲੀ ਗੱਲ ਵੀ ਪੁੱਛ ਸਕਦਾ, ਇਹ ਨਾ ਸਮਝੋ ਕਿ ਇਕੱਲਾ ਪ੍ਰਸ਼ਨ ਹੀ ਪਾਊਂਗਾ ਮੈਂ। ਜਿਵੇਂ ਹੈ ਨਾ ਦੂਸਰਾ ਪ੍ਰਸ਼ਨ ਹੈਗਾ ਸਰਦਾਰ ਵੱਲਭ ਭਾਈ ਪਟੇਲ ਵਾਲਾ, ਮੈਂ ਇਹ ਪੁੱਛ ਸਕਦਾ ਕਿ ਜਿਹੜਾ ਇਹ ਬਦਰੌਲੀ ਸੱਤਿਆਗ੍ਰਹਿ ਸ਼ੁਰੂ ਕੀਤਾ ਸੀ ਕਦੋਂ ਕੀਤਾ ਸੀ, ਸਰਦਾਰ ਕਿਸ ਨੇ ਕਿਹਾ ਸੀ ਅਤੇ ਕਿਸ ਨੇ ਉਹਨੂੰ ਉਪਾਧੀ ਦਿੱਤੀ ਸੀ ਸਰਦਾਰ ਦੀ। ਠੀਕ ਹੈ, ਵਿਚਲੀ ਗੱਲ ਪੁੱਛੂੰਗਾ ਮੈਂ। ਅਤੇ ਹੁਣ ਆਪਦਾ ਧਿਆਨ ਨਾਲ ਪੜ੍ਹਨਾ, ਅਤੇ 90% ਤੋਂ ਉੱਪਰ ਮੈਨੂੰ ਨੰਬਰ ਚਾਹੀਦੇ ਸਾਰਿਆਂ ਦੇ। ਠੀਕ ਹੈ ਜੀ, ਹਾਰਡ ਵਰਕ ਦੇ ਨਾਲ ਨਾਲ ਸਮਾਰਟ ਵਰਕ ਵੀ ਕਰੋ ਅਤੇ ਲੱਗੇ ਰਹੋ। ਪੇਪਰ ਦੇਖੋ, ਆਪਾਂ ਕਿਸੇ ਵੀ ਇੰਸਟੀਟਿਊਟ ਦੇ ਵਿੱਚ ਜਾਂਦੇ ਹਾਂ, ਤੁਹਾਨੂੰ ਦੱਸਦਾ ਮੈਂ, ਕਿਸੇ ਵੀ ਇੰਸਟੀਟਿਊਟ ਕੋਈ ਵੀ ਇੰਸਟੀਟਿਊਟ ਜੁਆਇਨ ਕਰ ਲਓ ਤੁਸੀਂ, ਉਹ 'ਚ ਕੀ ਹੋਊਗਾ ਜੀ, ਤੁਸੀਂ ਬਾਕੀ ਇੰਸਟੀਟਿਊਟ ਦੇ ਵਿੱਚ ਉਹਨਾਂ ਦੀ ਅਸਾਈਨਮੈਂਟਾਂ ਬਣਾਈਆਂ ਹੁੰਦੀਆਂ, ਸਾਰਿਆਂ ਨੂੰ ਅਸਾਈਨਮੈਂਟਾਂ ਦੇ ਦਿੰਦੇ ਆ, ਬੇਟਾ ਸਟੂਡੈਂਟ ਇਹਨੂੰ ਅਸਾਈਨਮੈਂਟ ਦਿੱਤੀ, ਇਹਨੂੰ ਦਿੱਤੀ। ਪੜ੍ਹਨਾ ਜਾਂ ਨਾ ਪੜ੍ਹਨਾ ਤੁਹਾਡੀ ਮਰਜ਼ੀ ਹੁੰਦੀ ਹੈ। ਠੀਕ ਹੈ, ਉਸ ਇੰਸਟੀਟਿਊਟ ਦੇ ਵਿੱਚ 100 ਬੱਚਾ ਹੈਗਾ, 100 ਇੰਸਟੀਟਿਊਟ ਦੇ ਬੱਚੇ ਦੇ ਵਿੱਚੋਂ 5 ਲੱਗ ਜਾਂਦੇ ਆ, 10 ਲੱਗ ਜਾਂਦੇ, ਉਹੀ ਸਿਲੇਬਸ ਪੜ੍ਹ ਕੇ 90 ਰਹਿ ਜਾਂਦੇ ਆ। ਉਹ 90 ਕਿਉਂ ਰਹਿੰਦੇ ਆ? ਕਿਉਂਕਿ ਜਿਹੜੇ 10 ਬੱਚੇ ਸੀ ਉਹਨਾਂ ਦਾ ਅਸਾਈਨਮੈਂਟਾਂ ਪੜ੍ਹ ਲਈਆਂ, ਜਿਹੜੇ ਦੂਜੇ ਸੀ ਉਹ ਯਾਰ ਮੋਟਰਸਾਈਕਲ 'ਤੇ ਚੜ੍ਹ ਜੀ, ਕਿਸੇ ਨੇ ਆਪਣਾ ਯਾਰ ਦੋਸਤ ਆ ਗਿਆ, ਉੱਧਰ ਉੱਡ ਗਏ, ਗੱਡੀ 'ਤੇ ਅੱਜ ਵਿਆਹ ਵਗ ਜਾਈਏ ਜਾਂ ਅੱਜ ਘੁੰਮਣ ਫਿਰਨ ਵਗ ਜਾਈਏ, ਉਹ ਉੱਧਰ ਰਹਿ ਗਏ। ਸਿਲੇਬਸ ਤਾਂ ਦੋਨਾਂ ਨੂੰ ਇੱਕੋ ਹੀ ਮਿਲਿਆ ਸੀ, ਪਰ ਇੱਕ ਨੇ ਨਾ ਸਟੱਡੀ ਵੱਲ ਧਿਆਨ ਦਿੱਤਾ, ਦੂਸਰੇ ਤੋਰੇ ਫੇਰੇ ਵੱਲ ਧਿਆਨ ਦਿੱਤਾ। ਇਹ ਚੀਜ਼ ਦਾ ਫਰਕ ਪੈਂਦਾ ਹੁੰਦਾ। ਦੇਣੀਆਂ ਸਾਰੀਆਂ ਅਸਾਈਨਮੈਂਟਾਂ ਹੀ ਹੁੰਦੀਆਂ ਗੀਆਂ, ਪੜ੍ਹਨਾ ਜਾਂ ਨਾ ਪੜ੍ਹਨਾ ਤੁਹਾਡੀ ਮਰਜ਼ੀ ਹੈ। ਅਤੇ ਹੁਣ ਜਿਵੇਂ ਤੁਹਾਨੂੰ ਮੈਂ ਦੇ ਰਿਹਾ ਇੰਨੀ ਡਿਟੇਲ ਦੇ ਵਿੱਚ ਪਰੇਸ਼ਨ ਕਰ ਰਹੇ ਹਾਂ ਆਪਾਂ, ਅਸੀਂ ਮੈਥ ਡਿਟੇਲ ਦੇ ਵਿੱਚ ਕਰਾਂਗੇ। ਅਤੇ ਤੁਹਾਨੂੰ ਇੱਕ ਹੋਰ ਦੱਸਦਾ ਕਿ ਜਿਹੜਾ ਸਿਲੇਬਸ ਦੀ ਨਾ ਮੈਂ ਵੀਡੀਓ ਅਲੱਗ ਬਣਾ ਕੇ ਲੈ ਕੇ ਆਉਣਾ ਇੱਕ, ਕੱਲ੍ਹ ਤਾਂ ਮੈਂ ਕੋਈ ਵੀਡੀਓ ਨਹੀਂ ਪਾਉਂਦਾ, ਕੱਲ੍ਹ ਤੋਂ ਤੁਸੀਂ ਬਸ ਇਹਦੀ ਰਿਵੀਜ਼ਨ ਕਰ ਲਓ ਸਾਰਿਆਂ ਦੀ। 2 ਵੀਡੀਓ ਤੁਹਾਨੂੰ ਅੱਜ ਅਪਲੋਡ ਕਰਤੀਆਂ, 2 ਤੁਹਾਨੂੰ ਕੱਲ੍ਹ ਕਰਤੀਆਂ ਸੀ। ਅੱਜ ਨਾ ਤੁਸੀਂ ਕੀ ਕਰਨਾ ਗਾ, ਅਤੇ ਆਹ ਸਾਰੀ ਰਿਵੀਜ਼ਨ ਕਰਕੇ ਕੱਲ੍ਹ ਨੂੰ ਸਾਰੀ ਤੁਸੀਂ ਰਿਵੀਜ਼ਨ ਕਰ ਲਓ ਆਪਦੀ, ਅਤੇ ਪਰਸੋਂ ਸੋਮਵਾਰ ਨੂੰ ਜਦੋਂ ਵੀ ਮੈਨੂੰ ਟਾਈਮ ਲੱਗੂਗਾ ਮੈਂ ਤੁਹਾਨੂੰ ਟੈਸਟ ਪਾ ਦੂੰਗਾ। ਠੀਕ ਹੈ, ਟੈਸਟ ਪਾ ਦੂੰਗਾ, ਅਤੇ ਮੈਥ ਦਾ ਵੀ ਮੈਂ ਤੁਹਾਡਾ ਕੋਈ ਹੱਲ ਕਰ ਦਾਂਗਾ। ਅਤੇ ਇਸ ਤੋਂ ਬਾਅਦ ਆਪਾਂ ਪੂਰੇ ਵਧੀਆ ਕੰਟੀਨਿਊ ਲੈਕਚਰ ਲਿਆ ਕਰਾਂਗੇ। ਬਾਕੀ ਨਾ ਇੱਕ ਮੈਂ ਜਿਹੜਾ ਪੰਜਾਬ ਪੁਲਿਸ ਦਾ ਸਿਲੇਬਸ ਹੈਗਾ ਮੈਂ ਤੁਹਾਨੂੰ ਸੇਮ ਟੂ ਸੇਮ ਦੱਸ ਦੂੰਗਾ, ਅਤੇ ਉਹੀ ਸਿਲੇਬਸ ਹੋਊਗਾ ਪੰਜਾਬ ਪੁਲਿਸ ਦਾ। ਅਤੇ ਉਹਦੇ ਵਿੱਚ ਆਪਾਂ ਕੀ ਕਰਿਆ ਕਰਾਂਗੇ, ਇਹਦੇ 'ਚ ਪੰਜਾਬੀ ਵੀ ਆਉਣੀ ਹੈ, ਕੰਪਿਊਟਰ ਵੀ ਆਉਣਾ। ਕੰਪਿਊਟਰ ਦੇ ਅਲੱਗ ਹੁੰਦੀ ਹੈ ਕਿ ਜੀ ਕੇ ਅਲੱਗ ਹੋਊਗੀ। ਠੀਕ ਹੈ, ਉਹਦਾ ਵੀ ਆਪਾਂ ਅਲੱਗ ਤੋਂ ਇੱਕ ਲੈਕਚਰ ਲਾ ਲਿਆ ਕਰਾਂਗੇ। ਅਤੇ ਪਹਿਲਾਂ ਆਪਾਂ ਆਹ ਹਿਸਟਰੀ ਥੋੜ੍ਹੀ ਜਿਹੀ ਕੰਪਲੀਟ ਕਰ ਲਈਏ ਅਤੇ ਮੈਥ ਦੇ ਵਿੱਚ ਪੈਰ ਧਰ ਲਈਏ। ਓਕੇ ਜੀ, ਬਸ ਇਹੀ ਤੁਹਾਡੇ ਨਾਲ ਖੁੱਲ੍ਹ ਕੇ ਗੱਲਾਂ ਕਰਨੀਆਂ ਸੀ ਮੈਂ, ਕਿ ਕੱਲ੍ਹ ਨੂੰ ਲੈਕਚਰ ਨਹੀਂ ਲੱਗੂਗਾ, ਕੱਲ੍ਹ ਨੂੰ ਆਪਣਾ ਆਫ ਹੈਗਾ। ਅਤੇ ਇੱਕ ਮੈਨੂੰ ਵੀ ਥੋੜ੍ਹਾ ਟਾਈਮ ਚਾਹੀਦਾ ਹੈਗਾ ਕਿ ਟਾਈਪਿੰਗ ਟੂਪਿੰਗ ਕਰਨ ਵਾਸਤੇ, PDF ਬਣਾਉਣ ਵਾਸਤੇ, ਉਹਦੇ ਵਾਸਤੇ ਵੀ ਘੱਟੋ ਘੱਟ 4-5 ਘੰਟੇ ਚਾਹੀਦੇ ਆ ਸਾਰੇ ਵਾਸਤੇ। ਅਤੇ ਤੁਸੀਂ ਮੇਰੇ ਸਾਰੇ ਕੈਂਡੀਡੇਟ ਦੋਸਤੋ, ਅਤੇ ਪੱਕਾ ਤੁਸੀਂ ਨਾ ਇਹਦੀ ਰਿਵੀਜ਼ਨ ਕਰ ਲਓ, ਅਤੇ ਮੈਂ ਟੈਸਟ ਪਾਊਂਗਾ। ਟੈਸਟ ਦੇ ਵਿੱਚ 90% ਤੋਂ ਉੱਪਰ ਨੰਬਰ ਆਉਣੇ ਚਾਹੀਦੇ ਸਾਰਿਆਂ ਦੇ। ਠੀਕ ਹੈ ਜੀ, ਅਤੇ ਕਿਸੇ ਵੀ ਮੇਰੇ ਭਰਾ ਨੂੰ, ਮੇਰੇ ਵੀਰ ਨੂੰ, ਕਿਸੇ ਨੂੰ ਭੈਣ ਨੂੰ ਕਿਸੇ ਤਰ੍ਹਾਂ ਦੀ ਕੋਈ ਪ੍ਰੋਬਲਮ ਆਉਂਦੀ ਕਿਸੇ ਦੇ ਵਿੱਚ, ਕਿਸੇ ਕੁਐਸਚਨ ਦੇ ਵਿੱਚ, ਕਿਸੇ ਸਮਝਣ ਦੇ ਵਿੱਚ, ਅਤੇ ਕਈ ਵਾਰੀ ਨਾ ਐਂ ਹੋ ਜਾਂਦੇ ਮੈਂ ਟਿਕ ਤਾਂ ਮੈਂ ਸਹੀ ਜਗ੍ਹਾ 'ਤੇ ਲਾ ਜਾਂਦਾ, ਅਤੇ ਮੂੰਹ 'ਚੋਂ 1-2 ਵਾਰੀ ਮੇਰੇ ਤੋਂ ਸਕਿੱਪ ਹੋਰ ਸ਼ਬਦ ਹੋ ਗਿਆ ਸੀ, ਅਤੇ ਜਿਹਦੇ ਮੈਂ ਟਿਕ ਲਾਈ ਹੁੰਦੀ ਉਹ ਸਹੀ ਹੁੰਦਾ ਜਮਾਂ। ਜਿਵੇਂ 1916 ਦੇ ਵਿੱਚ ਲਖਨਊ ਪੈਕਟ ਦੇ ਵਿੱਚ ਮੈਨੂੰ ਤਾਂ ਪਤਾ ਹੀ ਨਹੀਂ ਲੱਗਿਆ, ਮੈਨੂੰ ਬਾਅਦ 'ਚ ਇੱਕ ਸਟੂਡੈਂਟ ਨੇ ਕਿਹਾ ਕਿ ਸਰ ਤੁਸੀਂ 1916 'ਤੇ ਟਿਕ ਲਾ ਗਏ, ਅਤੇ ਜਿਹੜਾ ਪ੍ਰਸ਼ਨ ਬਣਦਾ ਸੀ ਉਹ ਬਣਦਾ ਸੀ ਜੀ ਤੁਸੀਂ 1946 ਕਹਿ ਗਏ, ਅਤੇ ਟਿਕ ਤੁਸੀਂ 1916 'ਤੇ ਲਾ ਦਿੱਤੀ। ਹੁਣ ਦੱਸੋ ਕਿ ਲਖਨਊ ਪੈਕਟ ਕਿਹਦੇ 'ਚ ਹੋਇਆ ਸੀ? ਉਹ 1916 ਦੇ ਵਿੱਚ ਹੋਇਆ ਸੀ। ਠੀਕ ਹੈ ਜੀ, ਅਤੇ ਇਹ ਆਪਦੀ ਤੁਸੀਂ ਵਧੀਆ ਰਿਵੀਜ਼ਨ ਕਰੀ ਚੱਲੋ। ਕਿਸੇ ਵੀ ਤਰ੍ਹਾਂ ਦੀ ਪ੍ਰੋਬਲਮ ਹੈ ਮੈਨੂੰ ਜਦੋਂ ਮਰਜ਼ੀ ਟੈਲੀਗ੍ਰਾਮ 'ਤੇ ਮੈਸੇਜ ਕਰੋ। ਇੱਕ ਬੱਚਾ ਪੁੱਛ ਰਿਹਾ ਜੀ 17 ਸਟੇਟ ਆ ਜਿਹੜੀ ਸਭ ਤੋਂ ਪਹਿਲਾਂ ਹੜੱਪ ਨੀਤੀ ਦੇ ਵਿੱਚ 17 ਸਟੇਟ ਹੈਗੀ। ਹੜੱਪ ਨੀਤੀ ਦੇ ਤਹਿਤ ਅੰਗਰੇਜ਼ਾਂ ਨੇ ਸਭ ਤੋਂ ਪਹਿਲਾਂ ਉਹਦੇ ਕਬਜ਼ਾ ਕੀਤਾ ਸੀ, ਕਿਹੜੀ ਸਟੇਟ ਦੇ ਵਿੱਚ ਹੈ ਹੁਣ? ਉਹ ਜੀ ਆਪਣੀ ਮਹਾਰਾਸ਼ਟਰ ਦੇ ਵਿੱਚ ਹੈਗੀ। ਓਕੇ, ਅਤੇ ਮੇਰੇ ਦੋਸਤੋ ਜਿਉਂਦੇ ਵਾਸਤੇ ਰਹੋ, ਅਤੇ ਤਿਆਰੀ ਕਰੀ ਚਲੋ, ਜਿਵੇਂ ਆਪਾਂ ਪੰਜਾਬੀ 'ਚ ਕਹਿੰਦੇ ਗਰਦ ਕਰ ਦਿਓ ਬਸ ਹੁਣ। ਠੀਕ ਹੈ ਜੀ, ਧੰਨਵਾਦ ਮੇਰੇ ਦੋਸਤੋ।